ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਹਮਦਰਦ ਹੈਲਥ ਟੈਕ ਤੇ ਤੁਹਾਡਾ ਸਵਾਗਤ ਹੈ ਜੀ। ਇਹ ਪ੍ਰੋਗਰਾਮ 'ਚ ਅਸੀਂ ਲਾਈਵ ਕਰ ਰਹੇ ਹਾਂ ਜੀ। ਇਹਦੇ ਵਿੱਚ ਜੇ ਵੀ ਤੁਹਾਨੂੰ ਕਿਸੇ ਵੀ ਗੱਲ ਬਾਰੇ ਮੈਡੀਕਲ ਕੰਡੀਸ਼ਨ ਹੈਗੀ, ਤੁਸੀਂ ਉਹਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਸਵਾਲ ਚਾਹੁੰਦੇ ਹੋ ਜੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਿਹਾ। ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਦਾ ਸਵਾਗਤ ਕਰਦਾ ਹਾਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਡਾਕਟਰ ਸਾਹਿਬ, ਅਸਲ ਤਾਂ ਬਿਮਾਰੀ ਤਾਂ ਕਿਸੇ ਦੀ ਗੱਲ ਸ਼ੁਰੂ ਕਰ ਲਓ ਤਾਂ ਅੱਗੇ ਦੀ ਅੱਗੇ ਜਿਵੇਂ ਉਧਰ ਦੀ ਤੁਰੀ ਜਾਂਦੀ ਹੈ। ਮੈਂ ਸ਼ੂਗਰ ਬਾਰੇ ਗੱਲ ਕਰਨੀ ਚਾਹਾਂਗਾ ਜ਼ਰੂਰ ਤੁਹਾਡੇ ਨਾਲ। ਇੱਕ ਸ਼ੂਗਰ ਹੈ, ਇੱਕ ਨਾ ਸ਼ੂਗਰ ਹੈ, ਇੱਕ ਬਾਰਡਰਲਾਈਨ ਸ਼ੂਗਰ ਹੈ। ਵਾਟ ਇਜ਼ ਬਾਰਡਰਲਾਈਨ ਸ਼ੂਗਰ? ਜੀ। ਸ਼ੂਗਰ ਦੀ ਬਿਮਾਰੀ ਜਿਵੇਂ ਆਪਾਂ ਜਾਣਦੇ ਹੈਗੇ ਹਾਂ ਮਰਗਨ ਜੀ, ਕਿ ਆਪਣੀ ਕਮਿਊਨਿਟੀ ਵਿੱਚ, ਆਪਣੇ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਹੈਗੀ ਆ। ਅਤੇ ਆਪਾਂ ਜਾਣਦੇ ਹੈਗੇ ਹਾਂ ਕਿ ਜਿਵੇਂ ਪੀਲ ਰੀਜਨ ਆਪਾਂ ਕਹਿੰਦੇ ਹਾਂ, ਬਰੈਂਪਟਨ, ਮਿਸਿਸਾਗਾ, ਉਹਦੇ 'ਚ ਓਨਟਾਰੀਓ ਵਿੱਚ ਸਭ ਤੋਂ ਜ਼ਿਆਦਾ ਡਾਇਬਟੀਜ਼ ਜਿਹੜੀ ਹੈਗੀ ਹੈ, ਸ਼ੂਗਰ ਦੀ ਬਿਮਾਰੀ ਹੈਗੀ ਆ। ਜੀ। ਅਤੇ ਜੇ ਆਪਾਂ ਬਾਰਡਰਲਾਈਨ ਡਾਇਬਟੀਜ਼ ਦੀ ਗੱਲ ਕਰੀਏ ਅਤੇ ਜੇ ਆਪਾਂ ਜਿਵੇਂ ਤੁਸੀਂ ਸਕੀ ਵਗੈਰਾ ਕਰਦੇ ਹੈਗੇ ਹੋ ਕੁਛ ਮਰਗਨ ਜੀ? ਕਦੇ ਟਰਾਈ ਕੀਤੀ ਹੈਗੀ? ਕੀ ਚੀਜ਼ ਜੀ? ਸੌਰੀ, ਸੇ ਅਗੇਨ। ਸਕੀ ਕਰਨੀ, ਨਹੀਂ ਜੀ, ਜਿਵੇਂ ਬਰਫ਼ ਪੈਂਦੀ ਤਾਂ। ਨਹੀਂ ਜੀ, ਮੈਂ ਸਕੀਇੰਗ ਨਹੀਂ ਜੀ ਕੀਤੀ। ਡਰ ਲੱਗਦਾ ਵੀ ਗੋਡੇ ਗਿੱਟੇ ਟੁੱਟ ਨਾ ਜਾਣ। ਅਗਲੀ ਵਾਰੀ ਜਦੋਂ ਮੁੜ ਕੇ ਦੁਨੀਆ 'ਤੇ ਆਵਾਂਗੇ ਸ਼ਾਇਦ ਉਦੋਂ ਫੇਰ ਕਰਾਂਗੇ ਜੀ। ਮੇਰਾ ਵੀ ਇਹੀ ਰਾਏ ਹੈਗੀ। ਮੈਂ ਵੀ ਨਹੀਂ ਕੀਤੀ ਅੱਜ। ਮੈਂ ਤਾਂ ਵੈਸੇ ਪੁੱਛਦਾ ਸੀਗਾ। ਮੈਂ ਇਸ ਲਈ ਪੁੱਛਦਾ ਸੀਗਾ ਹਾਂਜੀ। ਕਿ ਬਰਫ਼ ਦੇ ਪਹਾੜ ਜਿਵੇਂ ਆਪਾਂ ਕਹਿ ਲਈਏ ਨਾ, ਤੇ ਜਿੱਥੇ ਇੱਕਦਮ ਸਲੋਪ ਸ਼ੁਰੂ ਹੁੰਦੀ ਹੈਗੀ ਆ, ਹਾਂਜੀ। ਤੇ ਉੱਥੇ ਕਾਫੀ ਤਿਲਕਣ ਹੁੰਦੀ ਹੈਗੀ ਆ, ਤਿਲਕਣ ਮਚਾਈ ਜਾਂਦੀ ਤਾਂ ਕਿ ਤੁਹਾਨੂੰ ਸਪੀਡ ਮਿਲੇ ਉੱਥੇ ਸਲੋਪ ਤੇ। ਬਿਲਕੁਲ ਜੀ। ਤੇ ਜਿੱਥੇ ਆਪਾਂ ਮੈਂ ਕਿਉਂ ਦੱਸ ਰਿਹਾ ਹੈਗਾ, ਇੱਕ ਤਰ੍ਹਾਂ ਨਾਲ ਮਿਸਾਲ ਦੇ ਰਿਹਾ, ਉਦਾਹਰਣ ਦੇ ਰਿਹਾ ਹੈਗਾ, ਜੀ ਹਾਂ। ਐਗਜ਼ਾਮਪਲ ਦੇ ਰਿਹਾ ਵੀ ਜਦੋਂ ਸ਼ੂਗਰ ਵਧਣੀ ਸ਼ੁਰੂ ਹੁੰਦੀ ਹੈਗੀ ਆ, ਉਹ ਤਿਲਕਣਾ ਸ਼ੁਰੂ ਹੋ ਜਾਂਦਾ। ਹਾਂਜੀ। ਤੇ ਪ੍ਰੀ ਡਾਇਬਟੀਜ਼, ਬਾਰਡਰਲਾਈਨ ਡਾਇਬਟੀਜ਼ ਜਿਹੜੀ ਹੁੰਦੀ ਹੈ, ਬਹੁਤ ਜਲਦੀ ਵਿਗੜ ਕੇ ਡਾਇਬਟੀਜ਼ ਬਣ ਸਕਦੀ ਹੈਗੀ। ਅੱਛਾ ਜੀ। ਹਾਂਜੀ, ਤੇ ਇਹਨੂੰ ਆਪਾਂ ਇਹ ਪ੍ਰੀ ਡਾਇਬਟੀਜ਼ ਕਹਿੰਦੇ ਹੈਗੇ ਆ। ਜਿਹੜਾ ਜੇ ਆਪਾਂ ਨੰਬਰਾਂ ਦੀ ਗੱਲ ਕਰੀਏ, ਹਾਂਜੀ। ਜਿਹੜੇ ਆਪਾਂ ਸ਼ੂਗਰ ਚੈੱਕ ਕਰਦੇ ਹੈਗੇ ਆ, ਆਪਣੇ ਘਰ ਕਰਦੇ ਹੈਗੇ ਆ, ਜਾਂ ਫਿਰ ਆਪਾਂ ਬਲੱਡ ਟੈਸਟ ਕਰਾਉਂਦੇ ਹੈਗੇ ਆ, ਜੀ ਹਾਂ। ਤੇ ਨਾਰਮਲ ਸ਼ੂਗਰ ਜਿਹੜੀ ਹੁੰਦੀ ਹੈ, ਫਾਸਟਿੰਗ ਜਿਹੜੀ ਨਾਰਮਲ ਸ਼ੂਗਰ ਹੁੰਦੀ ਹੈ, ਵੀ ਬਿਨਾਂ ਖਾਧੇ ਦੀ ਨਿਰਣੇ ਕਾਲਜੇ ਦੀ ਜਿਹੜੀ ਸ਼ੂਗਰ ਹੁੰਦੀ ਹੈ, ਹਾਂਜੀ। ਉਹ ਨਾਰਮਲ ਹੁੰਦੀ 6 ਤੋਂ ਘੱਟ। ਜੀ ਹਾਂ। ਤੇ 7 ਤੋਂ ਉੱਪਰ ਜੇ ਹੋ ਜਾਵੇ, ਉਹਨੂੰ ਆਪਾਂ ਡਾਇਬਟੀਜ਼ ਕਹਿ ਦਿੰਦੇ ਹਾਂ, ਸ਼ੂਗਰ ਦੀ ਬਿਮਾਰੀ ਕਹਿ ਦਿੰਦੇ ਹਾਂ। ਤੇ 6 ਤੋਂ 7 ਦੇ ਦਰਮਿਆਨ ਰਵੇ ਤਾਂ ਫਿਰ ਉਹਨੂੰ ਆਪਾਂ ਪ੍ਰੀ ਡਾਇਬਟੀਜ਼ ਕਹਿੰਦੇ ਹਾਂ, ਜਾਂ ਬਾਰਡਰਲਾਈਨ ਡਾਇਬਟੀਜ਼ ਕਹਿੰਦੇ ਆ। ਓਕੇ ਜੀ। ਤੇ ਇਹ ਮਤਲਬ ਮੈਥਮੈਟੀਕਲ ਡੈਫੀਨੇਸ਼ਨ ਹੋ ਗਈ ਇੱਕ। ਜੀ, ਤੇ ਜਿਹੜੀ ਐਕਚੁਅਲ ਸ਼ੂਗਰ ਹੈ ਕੀ ਹੈ, ਨਾਲੇ ਕਹਿੰਦੇ ਸ਼ੂਗਰ ਦੀ ਸਾਡੀ ਬਾਡੀ ਨੂੰ ਜ਼ਰੂਰਤ ਵੀ ਹੈਗੀ ਹੈ, ਤੇ ਅਸੀਂ ਇਸ ਪਾਸੇ ਨੂੰ ਕਿਵੇਂ ਵਧਣ ਲੱਗ ਜਾਂਦੇ ਕਿ ਸਾਡੀ ਜਿਹਨੂੰ ਕਹਿੰਦੇ ਸ਼ੂਗਰ ਵਧਣ ਲੱਗ ਪਈ ਹੈ, ਉਹਦੇ ਕਾਰਨ ਕੀ ਨੇ ਜਿਹਦੇ ਕਰਕੇ ਸਾਡੀ ਸ਼ੂਗਰ ਵਧਣ ਲੱਗ ਜਾਂਦੀ ਹੈ? ਜੀ, ਉਹ ਰੱਬ ਨੇ ਬੜਾ ਸੋਚ ਸਮਝ ਕੇ ਬਣਾਇਆ ਜੀ ਸਾਨੂੰ, ਹੈ ਨਾ। ਹਾਂਜੀ। ਤੇ ਹਰ ਇੱਕ ਚੀਜ਼ ਨੂੰ ਆਪਾਂ ਜੇ ਸੋਚੀਏ, ਸ਼ੂਗਰ ਨੂੰ ਵੀ ਬਿਲਕੁਲ ਇੱਕ ਤਰ੍ਹਾਂ ਨਾਲ ਇੰਨੀ ਕੈਮਿਸਟਰੀ ਉਹਨਾਂ ਨੇ ਮੇਨਟੇਨ, ਬੈਲੈਂਸ ਕਰਕੇ ਬਣਾਇਆ ਹੋਇਆ ਹੈਗਾ ਕਿ ਸ਼ੂਗਰ ਦੀ ਜਿਹੜੀ ਮਾਤਰਾ ਹੈਗੀ ਆ, ਆਪਾਂ ਕਹਿ ਦਈਏ ਬਲੱਡ ਵਿੱਚ ਲੈਵਲ ਜਿਹੜਾ ਹੈਗਾ, ਹਾਂਜੀ। ਉਹ ਇੰਨਾ ਮੇਨਟੇਨ ਰਹਿੰਦਾ ਹੈਗਾ ਕਿ ਵਧੇ ਵੀ ਨਾ ਤੇ ਘਟੇ ਵੀ ਨਾ। ਹਾਂਜੀ। 4 ਤੋਂ ਘਟਣੀ ਵੀ ਮਾੜੀ ਹੈਗੀ ਹੈ, ਤੇ 6 ਤੋਂ ਵਧਣੀ ਵੀ ਮਾੜੀ ਹੈਗੀ ਹੈ, ਜੇ ਆਪਾਂ ਖਾਲੀ ਪੇਟ ਫਾਸਟਿੰਗ ਸ਼ੂਗਰ ਦੀ ਗੱਲ ਕਰ ਰਹੇ ਹੈਗੇ। ਹਾਂਜੀ। ਤੇ ਨਾਰਮਲ ਬੰਦੇ ਵਿੱਚ ਉਨਾ ਹੀ ਮੇਨਟੇਨ ਰਹਿੰਦਾ। ਆਪਣੀ ਬਾਡੀ ਵਿੱਚ ਕਾਫੀ ਇੱਕ ਤਰ੍ਹਾਂ ਨਾਲ ਹਾਰਮੋਨ ਆਪਾਂ ਕਹਿੰਦੇ ਹਾਂ, ਜਿਹੜੇ ਕੈਮੀਕਲ ਹੁੰਦੇ ਹੈਗੇ ਨੇ, ਜਿਨ੍ਹਾਂ 'ਚੋਂ ਇਨਸੂਲਿਨ ਹਾਰਮੋਨ ਹੁੰਦਾ, ਹੋਰ ਹਾਰਮੋਨ ਹੁੰਦੇ ਹੈਗੇ ਨੇ, ਉਹ ਬੈਲੈਂਸ ਬਣਾ ਕੇ ਰੱਖਦੇ ਨੇ। ਮੈਂ ਤੁਹਾਡੇ ਤੋਂ ਅੱਗੇ ਪੁੱਛਦਾ ਜੀ, ਇੱਕ ਕਾਲ ਲੈ ਲਈਏ ਪਹਿਲਾਂ ਆਪਾਂ। ਜੀ ਜ਼ਰੂਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਮੈਂ ਬਰਮਟਨ ਤੋਂ ਜਰਨੈਲ ਸਿੰਘ ਧਾਮੀ ਬੋਲਦਾ ਜੀ। ਮੈਂ 71 ਈਅਰ ਮੇਰੀ ਏਜ ਹੈ ਜੀ। ਡਾਕਟਰ ਸਾਹਿਬ ਵੀ ਮੇਰੇ ਫਸਟ ਡੋਜ਼ ਲੱਗ ਗਈ ਆ, ਤੇ ਹੁਣ ਜਿਹੜੀ ਸੈਕੰਡ ਡੋਜ਼ ਆ ਉਹ ਪੌਣੇ 4 ਮਹੀਨੇ ਬਾਅਦ ਆ। ਉਦੋਂ ਤੱਕ ਉਹਦਾ ਖਤਮ ਨਾ ਹੋਊਗਾ ਅਸਰ ਪਹਿਲੀ ਦਾ? ਡਾਕਟਰ ਸਾਹਿਬ ਤੋਂ ਪੁੱਛਣਾ ਜੀ। ਹਾਂਜੀ, ਤੁਹਾਨੂੰ ਸਵਾਲ ਸੁਣ ਗਿਆ ਜੀ। ਹਾਂਜੀ ਲਓ ਸੁਣ ਜੀ, ਗਿਆ ਜੀ। ਤੁਸੀਂ ਸਕਰੀਨ ਤੇ ਸੁਣੋ ਜੀ, ਜਵਾਬ ਇਹਨਾਂ ਦਾ ਤੁਹਾਡਾ ਆ ਰਿਹਾ ਜੀ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਹਾਂਜੀ, ਕੀ ਇਹਦੇ ਜੇ ਕਹਿੰਦੇ ਵੀ ਉਹ ਜਿਹੜਾ 4 ਮਹੀਨਿਆਂ 'ਚ ਉਹਦਾ ਅਸਰ ਮੁੱਕ ਜਾਏਗਾ ਜੀ, ਜਿਹੜਾ ਲੱਗਿਆ ਫਸਟ ਸ਼ਾਟ, ਉਹਦੇ ਬਾਰੇ ਪੁੱਛਿਆ ਇਹਨਾਂ ਨੇ। ਜੀ। ਹਾਂਜੀ। ਇਹ ਬਹੁਤ ਹੀ ਕਾਮਨ ਕੁਐਸਚਨ ਹੈਗਾ, ਲੋਕੀ ਕਾਫੀ ਪੁੱਛ ਰਹੇ ਹੈਗੇ ਨੇ, ਕਿਉਂਕਿ ਅਲੱਗ-ਅਲੱਗ ਕੰਟਰੀਜ਼ ਵਿੱਚ ਅਲੱਗ-ਅਲੱਗ ਇੰਟਰਵਲ 'ਤੇ ਦੇ ਰਹੇ ਹੈਗੇ ਨੇ ਵੈਕਸੀਨ, ਜਿਹੜੇ ਕੋਵਿਡ ਦੇ ਹੈਗੇ ਨੇ। ਕੈਨੇਡਾ ਨੇ ਸ਼ੁਰੂ ਤੋਂ ਹੀ ਡਿਸਾਈਡ ਕੀਤਾ ਹੈ ਵੀ ਦੂਸਰਾ ਇੰਜੈਕਸ਼ਨ ਜਿਹੜਾ ਹੈਗਾ ਡਿਲੇ ਕਰਕੇ 3 ਤੋਂ 4 ਮਹੀਨਿਆਂ ਦੇ ਵਿੱਚ ਲੱਗੇਗਾ। ਜੀ। ਤੇ ਹੁਣ ਜਿਹੜੀ ਨਵੀਂ ਰਿਸਰਚ ਆ ਰਹੀ ਹੈਗੀ ਹੈ, ਉਹਦੇ ਮੁਤਾਬਕ
ਜੇ ਆਪਾਂ ਸਗੋਂ ਡਿਲੇ ਕਰਕੇ ਲਗਾਉਂਦੇ ਹੈਗੇ ਹਾਂ 3 ਤੋਂ 4 ਮਹੀਨੇ ਵਿੱਚ ਲਗਾਉਂਦੇ ਹੈਗੇ ਹਾਂ, ਆਪਣੀ ਇਮਿਊਨ ਸਿਸਟਮ ਹੋਰ ਜ਼ਿਆਦਾ ਸਟਰੋਂਗ ਬਣੇਗੀ ਉਹਦੇ ਕਰਕੇ। ਮਤਲਬ ਪਹਿਲਾ ਇੰਜੈਕਸ਼ਨ ਜਿਹੜਾ ਹੈਗਾ ਉਹ 3 ਮਹੀਨੇ 2-3 ਮਹੀਨੇ ਤੱਕ ਆਪਾਂ ਨੂੰ ਵਧੀਆ ਰੱਖੇਗਾ, 4 ਮਹੀਨੇ ਤੱਕ ਵੀ ਆਪਾਂ ਨੂੰ ਬਚਾ ਕੇ ਰੱਖੇਗਾ। ਹਾਂਜੀ ਦੂਸਰਾ ਇੰਜੈਕਸ਼ਨ ਜਿਹੜਾ ਹੋਰ ਜ਼ਿਆਦਾ ਬੂਸਟ ਕਰ ਦੇਗਾ। ਜੇ ਆਪਾਂ 3 ਹਫ਼ਤੇ ਵਿੱਚ ਲਗਾਈਏ ਉਹਨਾਂ ਬੂਸਟ ਨਹੀਂ ਹੁੰਦਾ ਜਿੰਨਾ 3 ਮਹੀਨੇ 4 ਮਹੀਨੇ ਵਿੱਚ ਲਗਾ ਕੇ ਹੁੰਦਾ ਹੈ। ਐਵੇਂ ਦੀ ਸਟੱਡੀ ਆ ਰਹੀ ਹੈਗੀ ਹੈ। ਪਰ ਆਪਾਂ ਇਹ ਨਹੀਂ ਸੋਚ ਲੈਣਾ ਕਿ ਵੀ ਇੰਜੈਕਸ਼ਨ ਲੱਗ ਗਿਆ ਹੈਗਾ ਆਪਾਂ ਸਾਰੇ ਬਾਕੀ ਪ੍ਰੀਕਾਸ਼ਨ ਛੱਡ ਦੇਣੇ ਹੈਗੇ ਨੇ। ਆਪਾਂ ਬੁਲੇਟ ਪ੍ਰੂਫ ਨਹੀਂ ਪਾ ਲਈ, ਜੈਕਟ ਨਹੀਂ ਪਾ ਲਈ ਕਿ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਹਾਂਜੀ ਆਪਾਂ ਫਿਰ ਵੀ ਇੰਜੈਕਸ਼ਨ ਇੱਕ ਲਗਾ ਕੇ ਵੀ ਆਪਾਂ ਸਾਰੇ ਪ੍ਰੀਕਾਸ਼ਨ ਲੈਣੇ, ਮਾਸਕ ਪਾਉਣਾ ਹੈ, ਲੋਕਾਂ ਤੋਂ ਦੂਰ ਰਹਿਣਾ, ਮਿਲਣਾ ਜੁਲਣਾ ਨਹੀਂ ਹੈਗਾ, ਇਹ ਜ਼ਰੂਰੀ ਹੈ। ਦੈਟਸ ਗ੍ਰੇਟ, ਥੈਂਕ ਯੂ ਜੀ। ਕਾਲ ਇੱਕ ਹੋਰ ਲਾਲਾ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਜੀ ਤੁਹਾਡਾ? ਹੈਲੋ, ਹਾਂਜੀ ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਅਮਨਦੀਪ ਸਿੰਘ ਜੀ ਨਾਲ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਤੇ ਸਰ ਉਹ ਪੁੱਛਣਾ ਸੀ, ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ। ਹਾਂਜੀ ਸੁਣ ਰਹੇ ਹੋ ਤੁਹਾਡੀ ਗੱਲ। ਡਾਕਟਰ ਸਾਹਿਬ ਇਹ ਪੁੱਛਣਾ ਸੀ ਵੀ ਜਿਹੜੇ ਆਪਣਾ ਹਨੀ ਨਾਲ ਵੀ ਆਪਣਾ ਡਾਇਬਟੀਜ਼ ਵੱਧ ਜਾਂਦੀ ਹੈ ਜੀ, ਹੋ ਜਾਂਦੀ ਹੈ। ਡਾਕਟਰ ਸਾਹਿਬ ਜਿਹਨਾਂ ਨੂੰ ਡਾਇਬੀਟੀਜ਼ ਹੈਗੀ ਹੈ, ਮਤਲਬ ਉਹਨਾਂ ਨੂੰ ਪੁੱਛਣਾ ਚਾਹ ਰਹੇ ਜਿਨ੍ਹਾਂ ਨੂੰ ਡਾਇਬਟੀਜ਼ ਹੈਗੀ ਹੈ ਜੀ, ਜਾਂ ਜਿਹਨਾਂ ਨੂੰ ਡਾਇਬਟੀਜ਼ ਨਹੀਂ ਹੈਗੀ ਆ? ਤੁਸੀਂ ਤੁਹਾਡਾ ਸਵਾਲ ਕਿਹਦੇ ਵਾਸਤੇ ਹੈ? ਮਤਲਬ ਜਿਨ੍ਹਾਂ ਨੂੰ ਡਾਇਬਟੀਜ਼ ਹੈਗੀ ਹੈ, ਜੇ ਉਹ ਸ਼ਹਿਦ ਲੈਣਗੇ ਹਾਂਜੀ ਤਾਂ ਉਹਨਾਂ ਦੀ ਸ਼ੂਗਰ ਵਧੂਗੀ ਜੀ? ਡਾਕਟਰ ਸਾਹਿਬ ਜਿਨ੍ਹਾਂ ਨੂੰ ਡਾਇਬਟੀਜ਼ ਹੈਗੀ ਹੈ, ਜੇ ਉਹ ਸ਼ਾਇਦ ਲੈਣਗੇ ਤਾਂ ਸ਼ੂਗਰ ਵਧੇਗੀ ਜੀ। ਜ਼ਰੂਰ ਜੀ ਆਨਸਰ ਦਿੰਦੇ ਹੈਗੇ। ਲਓ ਜੀ ਤੁਹਾਨੂੰ ਸਕਰੀਨ ਤੇ ਆਨਸਰ ਆਉਂਦਾ ਜੀ। ਹਾਂਜੀ ਡਾਕਟਰ ਸਾਹਿਬ। ਸੋ ਹਨੀ ਜਿਹੜਾ ਹੈਗਾ ਜਾਂ ਫਿਰ ਆਪਾਂ ਗੁੜ ਵੀ ਕਹਿ ਲਈਏ, ਉਹ ਸ਼ੂਗਰ ਹੀ ਹੈਗੀ ਹੈ। ਅਲੱਗ ਤਰ੍ਹਾਂ ਦੀ ਸ਼ੂਗਰ ਹੈਗੀ ਹੈ, ਪਰ ਹੈਗੀ ਤਾਂ ਸ਼ੂਗਰ ਹੀ ਹੈ ਜੀ। ਜੀ ਤੇ ਉਹਦੇ ਨਾਲ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਬਿਮਾਰੀ ਹੈਗੀ ਹੈ ਪਹਿਲਾਂ ਹੀ, ਉਹਨਾਂ ਨੂੰ ਜੇ ਹਨੀ ਪਾ ਲੈਣਗੇ, ਸ਼ਹਿਦ ਪਾ ਲੈਣਗੇ, ਗੁੜ ਪਾ ਲੈਣਗੇ, ਐਵੇਂ ਦੀ ਚੀਜ਼ ਨਾਲ ਵੀ ਸ਼ੂਗਰ ਵਧਣੀ ਹੈਗੀ ਆ। ਕਿਸੇ ਦੀ ਜ਼ਿਆਦਾ ਵੱਧਦੀ, ਕਿਸੇ ਦੀ ਘੱਟ ਵੱਧਦੀ, ਪਰ ਵੱਧਦੀ ਸਾਰਿਆਂ ਦੀ ਹੈਗੀ ਆ। ਸੋ ਆਪਾਂ ਕੁੜੀਆਂ ਜਿਹੜੀਆਂ ਸ਼ੂਗਰ ਸਬਸਟੀਟਿਊਟ ਆਉਂਦੀਆਂ ਹੈਗੀਆਂ ਨੇ, ਹਾਂਜੀ ਜਿਹੜੀਆਂ ਆਪਾਂ ਕਹਿ ਸਕਦੇ ਹੈਗੇ ਸਪਲੈਂਡਾ ਦੀ ਗੱਲ ਕਰਦੇ ਹਾਂ ਜੀ। ਹਾਂਜੀ ਜੀ ਬਿਲਕੁਲ। ਸਪਲੈਂਡਾ, ਸਟੀਵੀਆ, ਇਕੁਅਲ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਹੈਗੀਆਂ ਨੇ, ਜੀ ਉਹਨਾਂ ਵਿੱਚ ਸ਼ੂਗਰ ਨਹੀਂ ਹੁੰਦੀ। ਜਿਨ੍ਹਾਂ ਨੂੰ ਸ਼ੂਗਰ ਜੇ ਹੈਗੀ ਹੈ ਤੇ ਇਹੋ ਜਿਹੀਆਂ ਚੀਜ਼ਾਂ ਆਪਣੀ ਚਾਹ ਕੌਫੀ ਵਿੱਚ ਪਾਣੀਆਂ ਬਿਹਤਰ ਰਹਿੰਦੀਆਂ ਨੇ, ਜਾਂ ਨਾ ਕਿ ਆਪਾਂ ਹਨੀ ਜਾਂ ਗੁੜ ਪਾਈਏ। ਥੈਂਕ ਯੂ ਜੀ। ਸਵਾਲ ਇੱਕ ਹੋਰ ਆ ਗਿਆ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕਿੱਥੋਂ ਬੋਲ ਰਹੇ ਹੋ ਜੀ? ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਅਸੀਂ ਵੀਸੀ ਤੋਂ ਬੋਲਦੇ ਹਾਂ। ਹਾਂਜੀ ਕੀ ਸਵਾਲ ਆ? ਹਾਂਜੀ ਮੇਰੇ ਡਾਕਟਰ ਇਹ ਆ, ਸਾਡੀ ਪਹਿਲੀ ਫਸਟ ਡੋਜ਼ ਹੈ ਜਿਹੜੀ ਉਹ ਐਸਟਰਾਜੈਨਿਕ ਲੱਗੀ ਸੀਗੀ, ਜੀ ਹਾਂ। ਤੇ ਸੈਕੰਡ ਡੋਜ਼ ਹੈ ਜਿਹੜੀ ਅਸੀਂ ਹੋਰ ਕੋਈ ਲਵਾ ਸਕਦੇ ਹਾਂ? ਮਤਲਬ ਕਿ ਜੇ ਐਸਟਰਾਜੈਨਿਕ ਨਾ ਲਵਾਉਣੀ ਹੋਵੇ, ਇਹ ਪੁੱਛਣਾ ਚਾਹੁੰਦੇ। ਲਓ ਜੀ ਤੁਹਾਨੂੰ ਸਵਾਲ ਆ ਰਿਹਾ ਜਵਾਬ ਤੁਹਾਨੂੰ ਸਕਰੀਨ ਦੇ ਉੱਤੇ। ਹਾਂਜੀ ਐਸਟਰਾਜ਼ੈਨੇਕਾ ਪਹਿਲਾਂ ਲਵਾਈ ਹੈ ਜੀ ਕਿ ਦੂਸਰੀ ਡੋਜ਼ ਕਿਹਦੀ ਐਸਟਰਾਜ਼ੈਨੇਕਾ ਦੀ ਵੀ ਚਾਹੀਦੀ ਹੈ ਕਿ ਕੋਈ ਹੋਰ ਵੀ ਲਵਾਈ ਜਾ ਸਕਦੀ ਹੈ? ਜੀ, ਸੋ ਇਹ ਵੀ ਅੱਜ ਕੱਲ੍ਹ ਕਾਫੀ ਕਾਮਨ ਸਵਾਲ ਹੈਗਾ। ਚੰਗਾ ਹੈਗਾ ਕਿ ਆਪਾਂ ਇਹਦੀ ਗੱਲ ਕਰ ਰਹੇ ਹੈਗੇ ਜੀ। ਹਾਂ। ਐਸਟਰਾਜ਼ੈਨੇਕਾ ਨਾਲ ਕੁਝ ਬਲੱਡ ਕਲੌਟਸ ਦੇ ਮਾਮਲੇ ਸਾਹਮਣੇ ਆਏ ਹੈਗੇ ਨੇ, ਜੋ ਕਿ ਅਰਾਊਂਡ 50,000 ਇੰਜੈਕਸ਼ਨਾਂ ਚੋਂ ਇੱਕ ਬੰਦੇ ਨੂੰ ਐਵੇਂ ਬਲੱਡ ਕਲੌਟ ਦੇ ਮਾਮਲੇ ਆਉਂਦੇ ਹੈਗੇ ਨੇ, ਬੰਦੇ ਜਾਂ ਜਨਾਨੀ ਨੂੰ। ਡਾਕਟਰ ਸਾਹਿਬ ਜੇ ਸੋਚੀਏ ਬਹੁਤਾ ਵੱਡਾ ਨੰਬਰ ਤਾਂ ਹੈ ਨਹੀਂਗਾ, ਜੇ ਪਰਸੈਂਟੇਜ ਕਿਹੜੀ ਕੁਝ ਵੀ ਨਹੀਂ ਬਣਦੀ ਹੈ, ਬਟ ਇਸ ਤੇ ਫੇਰ ਵੀ ਲੋਕ ਇੰਨੇ ਫਿਕਰਮੰਦ ਕਿਉਂ ਹੋਏ ਹੋਏ ਨੇ? ਲੋਕੀ ਸਾਈਡ ਇਫੈਕਟਸ ਤੋਂ ਡਰਦੇ ਨੇ, ਐਂਡ ਬਲੱਡ ਕਲੌਟ ਛੋਟੀ ਗੱਲ ਨਹੀਂ ਹੈਗੀ ਹੈ, ਇਹ ਵੀ ਗੱਲ ਹੈਗੀ ਹੈ। ਤੇ ਨਾਲੇ ਦੇਖੋ ਆਪਾਂ ਇੰਡੀਆ ਦੀ ਗੱਲ ਕਰ ਲਈਏ ਤਾਂ ਉੱਥੇ ਤਾਂ ਹੋਰ ਕੋਈ ਵੈਕਸੀਨ ਹੈ ਹੀ ਨਹੀਂ ਜ਼ਿਆਦਾ, ਐਸਟਰਾਜ਼ੈਨੇਕਾ ਜਾਂ ਕੋਵੈਕਸੀਨ ਹੀ ਹੈਗੀ ਆ। ਪਰ ਆਪਾਂ ਕੈਨੇਡਾ ਵਿੱਚ ਹੋਰ ਵੈਕਸੀਨ ਸਾਡੇ ਕੋਲ ਕਾਫੀ ਹੈਗੀਆਂ ਨੇ, ਇਸ ਲਈ ਕਿਉਂਕਿ ਆਪਸ਼ਨ ਜ਼ਿਆਦਾ ਹੈਗੀਆਂ ਨੇ, ਤਾਂ ਆਪਾਂ ਕਹਿੰਦੇ ਹਾਂ ਕਿ ਜੇ ਆਪਸ਼ਨ ਹੈਗੀ ਹੈ ਤਾਂ ਫਿਰ ਆਪਾਂ ਵਧੀਆ ਆਪਸ਼ਨ ਲੈ ਲਈਏ, ਜਿਹਦੇ ਨਾਲ ਇਹ ਵੀ ਰਿਸਕ ਨਾ ਹੋਵੇ, 50,000 ਚੋਂ ਇੱਕ ਵੀ ਰਿਸਕ ਨਾ ਹੋਵੇ, ਤਾਂ ਚੰਗੀ ਗੱਲ ਹੈ। ਇਹ ਕਲੌਟ ਜਿਹੜੇ ਹੈਗੇ ਨੇ ਫਾਈਜ਼ਰ ਜਾਂ ਮੋਡਰਨਾ ਨਾਲ ਨਹੀਂ ਆਏ ਹੈਗੇ ਨੇ, ਤੇ ਹਾਲੇ ਤੱਕ ਜਿਹੜੀ ਹਾਲੇ ਵੈਸੇ ਸਟੱਡੀ ਚੱਲ ਰਹੀ ਹੈਗੀ ਆ ਕਿ ਆਪਾਂ ਹੋਰ ਕੋਈ ਲਗਾ ਸਕਦੇ ਹਾਂ ਕਿ ਨਹੀਂ ਲਗਾ ਸਕਦੇ। ਜੋ ਕੁਐਸਚਨ ਹੈਗਾ ਸੀਗਾ ਤੁਹਾਡੇ ਕਾਲਰ ਦਾ, ਉਹਨਾਂ ਦੇ ਮਿਕਸਿੰਗ ਸਟੱਡੀ ਜਿਹੜੀਆਂ ਹੈਗੀਆਂ ਨੇ, ਹਾਲੇ ਪੂਰੇ ਰਿਜ਼ਲਟ ਨਹੀਂ ਆਏ, ਪਰ ਯੂਕੇ ਤੋਂ ਇੱਕ ਸਟੱਡੀ ਤੇ ਇੱਕ ਸਪੇਨ ਤੋਂ ਸਟੱਡੀ ਜਿਹੜੀ ਹਾਲੇ ਤੱਕ ਸਾਨੂੰ ਪਤਾ ਹੈਗਾ, ਉਹਦੇ ਮੁਤਾਬਕ ਜੇ ਆਪਾਂ ਪਹਿਲਾ ਐਸਟਰਾਜ਼ੈਨੇਕਾ ਦਾ ਲਗਾਇਆ ਤੇ ਦੂਸਰਾ ਜਾਂ ਫਾਈਜ਼ਰ ਜਾਂ ਮੋਡਰਨਾ ਦਾ ਲਗਾ ਲਈਏ, ਉਹਦਾ ਸਗੋਂ ਇਮਿਊਨ ਸਿਸਟਮ ਬੂਸਟ ਜ਼ਿਆਦਾ ਹੋ ਜਾਂਦਾ ਹੈਗਾ। ਜਾਂ ਕਿ ਆਪਾਂ 2 ਐਸਟਰਾਜ਼ੈਨੇਕਾ ਦੇ ਲਗਾਈਏ ਤਾਂ ਉਸ ਤੋਂ ਉਹਦਾ ਘੱਟ ਬੂਸਟ ਹੁੰਦਾ ਹੈ ਇਮਿਊਨ ਸਿਸਟਮ, ਜਿਹੜਾ ਆਪਣਾ ਹੈਗਾ ਸਟਰੋਂਗ ਉਹਨਾਂ ਨਹੀਂ ਹੁੰਦਾ। ਹਾਲੇ ਪੂਰੇ ਰਿਜ਼ਲਟ ਨਹੀਂ ਆਏ, ਇਸ ਕਰਕੇ ਹਾਲੇ ਕੈਨੇਡਾ ਨੇ ਡਿਸਾਈਡ ਨਹੀਂ ਕੀਤਾ ਹੈਗਾ ਕਿ ਅਲਾਉ ਕਰਨਗੇ ਕਿ ਨਹੀਂ ਕਰਨਗੇ। ਇੱਕ ਇਹ ਗੱਲ ਹੈਗੀ ਹੈ, ਤੋਂ ਵਾਚ ਦਿਸ ਸਪੇਸ, ਮਤਲਬ ਐਸੇ ਆਪਾਂ ਐਸੇ ਪ੍ਰੋਗਰਾਮ ਤੇ ਹੀ ਕੁਝ ਹਫ਼ਤਿਆਂ ਵਿੱਚ ਗੱਲ ਕਰਾਂਗੇ ਕੈਨੇਡਾ ਨੇ ਕੀ ਡਿਸਾਈਡ ਕੀਤਾ ਕਿ ਆਪਸ਼ਨ ਦਿੱਤੀ ਜਾਏਗੀ ਕਿ ਨਹੀਂ ਦਿੱਤੀ ਜਾਏਗੀ, ਆਮ ਸ਼ੋਰ। ਦੂਸਰੀ ਗੱਲ ਇਹ ਵੀ ਹੈਗੀ ਹੈ ਕਿ ਜੇ ਤੁਹਾਨੂੰ ਪਹਿਲਾ ਐਸਟਰਾਜ਼ੈਨੇਕਾ ਦਾ ਲੱਗਿਆ ਸੀਗਾ ਤੇ ਕੋਈ ਐਵੇਂ ਦੀ ਪ੍ਰੋਬਲਮ ਨਹੀਂ ਆਈ ਸੀ, ਕਲੌਟਿੰਗ ਨਹੀਂ ਹੋਈ ਸੀ, ਕੋਈ ਐਵੇਂ ਸਾਈਡ ਇਫੈਕਟ ਨਹੀਂ ਆਇਆ ਸੀਗਾ,
ਤੇ ਬਹੁਤ ਹੀ ਘੱਟ ਰਿਸਕ ਹੈ ਕਿ ਆਪਾਂ ਦੂਸਰਾ ਸ਼ਾਟ ਵੀ ਜੇ ਉਹੀ ਲੱਗ ਜਾਵੇ ਤੇ ਕੋਈ ਦੁਬਾਰਾ ਪ੍ਰੋਬਲਮ ਆ ਜਾਣੀ ਹੈਗੀ ਹੈ। ਜੇ ਆਣੀ ਹੁੰਦੀ ਹੈ ਪ੍ਰੋਬਲਮ ਤਾਂ ਪਹਿਲੇ ਸ਼ਾਟ ਨਾਲ ਹੀ ਆ ਜਾਂਦੀ ਹੈ, ਦੂਸਰੇ ਸ਼ਾਟ ਨਾਲ ਘੱਟ ਹੀ ਆਉਂਦੀ ਹੈ। ਅੱਛਾ ਜੀ, ਇਹਨਾਂ ਕੁਐਸਚਨਸ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਜਿਹੜਾ ਲੈਵਲ ਮੇਨਟੇਨ ਕਰਨਾ ਹੁੰਦਾ 4 ਤੇ 7 ਦੇ ਵਿੱਚ, ਹਾਊ ਟੂ ਮੇਨਟੇਨ ਦੈਟ ਲੈਵਲ, ਕਿਵੇਂ ਕੀਤਾ ਜਾ ਸਕਦਾ? ਜੇ ਸ਼ੂਗਰ ਵੱਧ ਰਹੀ ਹੈ ਤਾਂ ਕਿਵੇਂ, ਉਸ ਵਿੱਚ ਇੱਕ ਸਵਾਲ ਆਇਆ ਸੀਗਾ ਹਨੀ ਦਾ ਵੀ ਇਹ ਜਿਹਾ ਕੁਝ ਵਰਤਿਆ ਜਾ ਸਕਦਾ, ਤੇ ਫਿਰ ਬੰਦਾ ਕਰੇ ਤਾਂ ਕੀ ਕਰੇ? ਉਧਰ ਤਾਂ ਮਿਠਾਈ ਖਾਣ ਨੂੰ ਜੀ ਕਰਦਾ ਡਾਕਟਰ ਸਾਹਿਬ, ਤੇ ਇਹ ਇੱਧਰੋਂ ਸ਼ੂਗਰ ਵੱਧ ਰਹੀ ਹੈ, ਉਹਦਾ ਕੀ ਇਲਾਜ ਹੈ, ਕੀ ਕਰ ਸਕਦੇ ਹਾਂ? ਜੀ ਮਰਗਨ ਜੀ, ਸੋ ਆਪਾਂ 4 ਤੋਂ 6 ਕਹਿੰਦੇ ਹੈਗੇ ਨੋਰਮਲ ਸ਼ੂਗਰ ਜਿਹੜੀ ਹੈਗੀ ਹੈ ਫਾਸਟਿੰਗ ਦੀ। ਸੋ ਜਿਨ੍ਹਾਂ ਨੂੰ ਡਾਇਬੀਟੀਜ਼ ਨਹੀਂ ਹੈਗੀ, ਬਿਮਾਰੀ ਨਹੀਂ ਹੈਗੀ ਹੈ, ਜੇ ਉਹਨਾਂ ਨੂੰ ਆਪਾਂ ਗੱਲ ਕਰੀਏ, ਉਹਨਾਂ ਦੀ ਆਪਾਂ ਜੇ ਗੱਲ ਕਰੀਏ ਤੇ ਆਪਾਂ ਗੱਲ ਕਰੀਏ ਡਾਇਬੀਟੀਜ਼ ਦੀ ਬਿਮਾਰੀ ਹੋਣ ਤੋਂ ਪਹਿਲਾਂ ਬਚਾਇਆ ਹੀ ਕਿਵੇਂ ਜਾ ਸਕਦਾ ਹੈ, ਉਹਦੀ ਰੋਕਥਾਮ ਕਿਵੇਂ ਹੋ ਸਕਦੀ ਕਿ ਇਹੋ ਜਿਹੀ ਬਿਮਾਰੀ ਲੱਗੇ ਨਾ, ਇਹ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਆਪਾਂ। ਤੇ ਆਪਾਂ ਜੇ ਉਹਦੇ ਵਿੱਚ ਆਪਣਾ ਖਾਣਾ ਕੰਟਰੋਲ, ਨਾ ਸਿਰਫ ਸ਼ੂਗਰ ਕੰਟਰੋਲ, ਇਹ ਵੀ ਵਹਿਮ ਹੈਗਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਕਿ ਮਿੱਠੇ ਖਾਣ ਨਾਲ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈਗੀ ਹੈ, ਇਹ ਸਹੀ ਨਹੀਂ ਹੈਗਾ, ਗਲਤ ਹੈਗਾ। ਅੱਛਾ ਜੀ, ਮੈਂ ਨਹੀਂ ਕਹਿ ਸਕਦਾ ਕਿ ਗੁਲਾਬ ਜਾਮੁਨ ਖਾ ਲਿਆ ਤੇ ਇਸ ਲਈ ਮੈਨੂੰ ਸ਼ੂਗਰ ਹੋ ਗਈ, ਜਾਂ ਅੰਬ ਖਾ ਲਏ ਇਸ ਲਈ ਸ਼ੂਗਰ ਹੋ ਗਈ ਹੈਗੀ ਹੈ, ਇਹ ਬਿਲਕੁਲ ਗਲਤ ਹੈਗਾ। 2 ਕਾਰਨ ਹੈਗੇ ਨੇ ਮੇਨ ਜਿਹੜੇ ਟਾਈਪ 2 ਡਾਇਬੀਟੀਜ਼ ਬਣਦੀ ਹੈਗੀ ਹੈ ਜਾਂ ਪ੍ਰੀ ਡਾਇਬੀਟੀਜ਼ ਬਣਦੀ ਹੈਗੀ ਹੈ। ਇੱਕ ਤਾਂ ਹੁੰਦੀ ਹੈ ਫੈਮਿਲੀ ਹਿਸਟਰੀ, ਜਿਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਜਾਂ ਏਜ ਜਿਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਏਜ ਵਧਣੀ ਹੈਗੀ ਹੈ, ਫੈਮਿਲੀ ਹਿਸਟਰੀ ਜਿਹੜੀਆਂ ਜੀਨਸ ਹੈਗੀਆਂ ਉਹ ਰਹਿਣੀਆਂ ਹੀ ਹੈਗੀਆਂ ਨੇ। ਫੈਮਿਲੀ ਹਿਸਟਰੀ ਹੈਗੀ ਹੈ ਤੁਹਾਨੂੰ ਡਾਇਬੀਟੀਜ਼ ਦੀ ਤੇ ਚਾਂਸ ਜ਼ਿਆਦਾ ਹੈਗਾ। ਪਰ ਦੂਸਰਾ ਕਾਰਨ ਜਿਹੜਾ ਹੈਗਾ ਅਸੀਂ ਚੇਂਜ ਕਰ ਸਕਦੇ ਹਾਂ ਉਹਨੂੰ, ਉਹ ਹੈਗਾ ਆਪਣਾ weight, ਆਪਣਾ ਢਿੱਡ, ਆਪਣਾ ਫੈਟ ਮਾਸ, ਆਪਣੀ ਚਰਬੀ ਕਿੰਨੀ ਹੈਗੀ ਹੈ, ਉਹਨੂੰ ਆਪਾਂ ਚੇਂਜ ਕਰ ਸਕਦੇ ਹੈਗੇ ਹਾਂ। ਉਹਨੂੰ ਕਿਵੇਂ ਚੇਂਜ ਕਰ ਸਕਦੇ ਹੈਗੇ ਹਾਂ? ਇਹ ਨਹੀਂ ਕਿ ਮਿੱਠਾ ਛੱਡ ਕੇ ਆਪਾਂ ਕਹੀਏ ਕਿ ਹੁਣ ਚਰਬੀ ਘਟ ਜਾਣੀ ਹੈਗੀ ਆ। ਆਪਾਂ ਟੋਟਲ ਕੈਲੋਰੀਜ਼ ਜਿਹੜੀਆਂ ਹੈਗੀਆਂ ਨੇ, ਕਿੰਨਾ ਆਪਾਂ ਖਾਣਾ ਖਾਂਦੇ ਹੈਗੇ ਆ ਤੇ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹੈਗੇ ਆ। ਜੇ ਆਪਾਂ ਕੈਲੋਰੀਜ਼ ਜਿਹੜੀਆਂ ਹੈਗੀਆਂ ਜ਼ਿਆਦਾ ਲੈਂਦੇ ਹੈਗੇ ਆ, ਜਿਹਦੇ 'ਚ ਫਾਸਟ ਫੂਡ ਹੁੰਦਾ ਹੈਗਾ, ਆਪਾਂ ਕਹਿ ਦਈਏ ਅੱਜ ਕੱਲ੍ਹ ਬੇਗਲਸ, ਬਰਗਰ, ਫਰਾਈਜ਼, ਚਿਪਸ, ਕੁਕੀਜ਼, ਇਹ ਸਾਰੀਆਂ ਚੀਜ਼ਾਂ ਆਪਾਂ ਜੇ ਲੈਂਦੇ ਹੈਗੇ ਆ, ਜਾਂ ਫਿਰ ਆਪਾਂ ਅੱਜ ਕੱਲ੍ਹ ਡਰਿੰਕਸ ਵੀ ਕਾਫੀ ਚਲਦੀਆਂ ਹੈਗੀਆਂ ਨੇ, ਐਲਕੋਹਲ ਡਰਿੰਕਸ ਵੀ ਹੁੰਦੀਆਂ ਉਹਦੇ 'ਚ, ਪਰ ਈਵਨ ਲਾਟੇ, ਕੈਪੂਚੀਨੋ, ਇਹ ਸਾਰੀਆਂ ਚੀਜ਼ਾਂ ਵਿੱਚ ਵੀ ਕੈਲੋਰੀਜ਼ ਕਾਫੀ ਹੁੰਦੀਆਂ ਹੈਗੀਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਬਾਹਰੋਂ ਆਪਾਂ ਲੈਂਦੇ ਹੈਗੇ ਆ, ਆਸਾਨ ਲੱਗਦੀਆਂ, ਸਵਾਦ ਲੱਗਦੀਆਂ, ਪਰ ਫਿਰ ਚਰਬੀ ਪੈਦਾ ਕਰਦੀਆਂ ਹੈਗੀਆਂ। ਚਰਬੀ ਜਿਹੜੀ ਹੈਗੀ ਹੈ ਫਿਰ ਡਾਇਬੀਟੀਜ਼ ਪੈਦਾ ਕਰਦੀ ਹੈਗੀ ਹੈ। ਆਪਾਂ ਵਾਪਸ ਆਪਣੇ ਜਿਹੜੇ ਵਧੀਆ ਖਾਣੇ ਹੈਗੇ ਸੀਗੇ, ਘਰ ਵਾਲੇ ਖਾਣੇ ਹੈਗੇ ਸੀਗੇ, ਜਿਹੜੇ ਆਪਾਂ ਪੰਜਾਬ ਵਿੱਚ ਖਾਂਦੇ ਹੁੰਦੇ ਸੀ, ਮੇਬੀ ਜਿਹੜੇ ਕਿ ਜਿਹਦੇ ਵਿੱਚ ਸਬਜ਼ੀ ਹੋਵੇ, ਦਾਲ ਹੋਵੇ, ਥੋੜ੍ਹੀਆਂ ਰੋਟੀਆਂ ਵੀ ਹੋਣ ਨਾਲ, ਪਰ ਘੱਟ ਮਾਤਰਾ ਜਿਹੜੀ ਹੈਗੀ ਹੈ ਘੱਟ ਰੱਖੀਏ, ਤੇ ਸਬਜ਼ੀ ਦਾਲ ਜਿਹੜੀ ਹੈਗੀ ਆ ਆਪਾਂ ਵਾਧੂ ਰੱਖ ਲਈਏ, ਤੇ ਉਹਦੇ ਨਾਲ ਸਗੋਂ ਆਪਾਂ ਤੰਦਰੁਸਤ ਰਹਿ ਸਕਦੇ ਹੈਗੇ, ਬਿਮਾਰੀ ਤੋਂ ਬਚ ਸਕਦੇ ਹੈਗੇ। ਜਿਹੜੇ ਦਾਲ ਸਬਜ਼ੀ ਦੀ ਤੁਸੀਂ ਗੱਲ ਕੀਤੀ ਆ, ਕੀ ਕੱਚੀਆਂ ਸਬਜ਼ੀਆਂ ਵੀ ਹੈਲਪ ਕਰਦੀਆਂ ਨੇ? ਕੱਚੀਆਂ ਜਿਵੇਂ ਅੱਛਾ, ਫਰੂਟ ਦੀ ਗੱਲ ਆ ਗਈ, ਸੌਰੀ, ਪਹਿਲਾਂ ਮੈਨੂੰ ਫਰੂਟ ਬਾਰੇ ਜ਼ਰੂਰ ਦੱਸੋ ਜੀ। ਕਹਿੰਦੇ ਫਰੂਟ ਠੀਕ ਹੈ ਜਾਂ ਨਹੀਂ ਹੈ? ਕਹਿੰਦੇ ਫਰੂਟ ਦੇ ਵਿੱਚ ਸ਼ੂਗਰ ਬਹੁਤ ਹੁੰਦੀ ਹੈ, ਉਹਨੂੰ ਕਿੰਨਾ ਕੁ, ਹੁਣ ਬਨਾਨਾ ਮੇਰੇ ਖਿਆਲ ਬਹੁਤ ਸ਼ੂਗਰ ਹੁੰਦੀ ਹੈ, ਐਪਲ 'ਚ ਸ਼ੂਗਰ ਹੈਗੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ, ਕੱਚੀਆਂ ਸਬਜ਼ੀਆਂ ਜਿਹਨੂੰ ਆਪਾਂ ਸਲਾਦ ਵੀ ਕਹਿ ਸਕਦੇ ਹੈਗੇ ਆ, ਬਹੁਤ ਹੈਲਪ ਕਰਦੀਆਂ ਹੈਗੀਆਂ ਨੇ ਇਨਫੈਕਟ। ਠੀਕ ਹੈ, ਤੇ ਆਪਾਂ ਜਿੰਨੇ ਜ਼ਿਆਦਾ ਸਲਾਦ ਖਾਵਾਂਗੇ, ਕੱਚੀਆਂ ਸਬਜ਼ੀਆਂ ਖਾਵਾਂਗੇ, ਉਹ ਆਪਣੀ ਬੋਡੀ ਨੂੰ, ਆਪਣੇ ਢਿੱਡ ਨੂੰ, ਇੱਕ ਤਾਂ ਆਪਾਂ ਨੂੰ ਕਬਜੀ ਵੀ ਨਹੀਂ ਹੋਊਗੀ, ਕੌਨਸਟੀਪੇਸ਼ਨ ਨਹੀਂ ਹੋਏਗੀ, ਤੇ ਨਾਲ ਆਪਾਂ ਢਿੱਡ ਵੀ ਉਹਦੇ ਨਾਲ ਜ਼ਿਆਦਾ ਭਰ ਜਾਂਦਾ ਹੈਗਾ। ਵੀ ਆਪਾਂ ਜਿੰਨੀ ਜ਼ਿਆਦਾ ਸ਼ੂਗਰ ਵਾਲੀਆਂ ਚੀਜ਼ਾਂ ਖਾਵਾਂਗੇ, ਜਾਂ ਬੇਗਲ ਖਾਵਾਂਗੇ, ਬ੍ਰੈਡ ਖਾਵਾਂਗੇ, ਇਕੱਲੀ ਬ੍ਰੈਡ ਹੀ ਖਾ ਲਾਂਗੇ, ਚਾਹ ਵਿੱਚ ਡੁਬੋ ਕੇ ਖਾ ਲਾਂਗੇ, ਤੇ 2 ਘੰਟੇ ਬਾਅਦ ਭੁੱਖ ਲੱਗ ਜਾਂਦੀ ਹੈਗੀ ਆ। ਤੇ ਚੌਲ ਦੀ ਕਟੋਰੀ ਖਾ ਲਈਏ, 2 ਘੰਟੇ ਬਾਅਦ ਭੁੱਖ ਲੱਗ ਜਾਂਦੀ ਹੈਗੀ ਆ। ਪਰ ਜੇ ਆਪਾਂ ਸਲਾਦ ਦੀ ਪਲੇਟ ਭਰ ਕੇ ਖਾਵਾਂਗੇ ਤੇ 3-4 ਘੰਟੇ ਆਪਾਂ ਨੂੰ ਭੁੱਖ ਨਹੀਂ ਲੱਗਣੀ ਹੈਗੀ ਆ। ਆਪਣਾ ਢਿੱਡ ਜਿਹੜਾ ਹੈਗਾ ਭਰਿਆ ਰਹਿਣਾ ਹੈਗਾ। ਇਹ ਜ਼ਰੂਰੀ ਹੈਗਾ ਵੀ ਆਪਾਂ ਜਿਹੜਾ ਆਪਾਂ ਸਲਾਦ ਫਾਈਬਰ ਕਹਿੰਦੇ ਹੈਗੇ ਆ, ਉਹ ਆਪਣੀ ਆਪਾਂ ਵਰਤੋਂ ਜਿਹੜੀ ਹੈਗੀ ਹੈ ਜ਼ਿਆਦਾ ਕਰੀਏ ਇਹਨਾਂ ਚੀਜ਼ਾਂ ਦੀ, ਤੇ ਉਹਦੇ ਨਾਲ ਆਪਾਂ ਤੰਦਰੁਸਤ ਰਹਿ ਸਕਦੇ ਹੈਗੇ ਆ। ਫਰੂਟ ਦੀ ਜੇ ਆਪਾਂ ਗੱਲ ਕਰੀਏ, ਉਹਦੇ ਵਿੱਚ ਵੀ ਕਾਫੀ ਫਰੂਟਸ ਵਿੱਚ ਫਾਈਬਰ ਹੁੰਦਾ ਹੈਗਾ, ਤੇ ਫਰੂਟ ਸਾਰੇ ਹੀ ਚੰਗੇ ਹੈਗੇ ਨੇ, ਜਿਹੜਾ ਤੁਹਾਡਾ ਮਨਪਸੰਦ ਹੋਵੇ। ਜੇ ਤੁਹਾਨੂੰ ਡਾਇਬੀਟੀਜ਼ ਨਹੀਂ ਹੈਗੀ ਹੈ, ਸਪੈਸ਼ਲੀ ਤੁਸੀਂ ਸਿਰਫ ਰੋਕਥਾਮ ਦੀ ਗੱਲ ਕਰ ਰਹੇ ਹੈਗੇ ਹੋ, ਤਾਂ ਕੋਈ ਵੀ ਫਰੂਟ ਦੀ ਮਨਾਹੀ ਨਹੀਂ ਹੈਗੀ ਆ। ਫਰੂਟ ਜੂਸ ਦੀ ਮਨਾਹੀ ਹੈਗੀ ਹੈ। ਫਰੂਟ ਜੂਸ ਜਿਹੜਾ ਆਪਾਂ ਕਹਿੰਦੇ ਹੈਗੇ ਆ, ਜੇ ਆਪਾਂ 1 ਗਲਾਸ ਔਰੇਂਜ ਜੂਸ ਦੀ ਗੱਲ ਕਰ ਲਈਏ, 1 ਗਲਾਸ ਔਰੇਂਜ ਜੂਸ ਦੇ ਵਿੱਚ ਅਰਾਊਂਡ 6 ਔਰੇਂਜਸ
6 ਸੰਤਰੇ ਜਿਹੜੇ ਹੈਗੇ ਨੇ ਪੈ ਜਾਂਦੇ ਇੱਕ ਜੂਸ ਕੱਢਣ ਵਾਸਤੇ, ਇੱਕ ਗਲਾਸ ਜੂਸ ਕੱਢਣ ਵਾਸਤੇ। ਜੀ ਜਦੋਂ ਆਪਾਂ ਖਾਣ ਬਹਿੰਦੇ ਹੈਗੇ ਆ ਤਾਂ ਫਿਰ ਆਪਾਂ 6 ਸੰਤਰੇ ਥੋੜ੍ਹੀ ਖਾ ਲੈਂਦੇ ਹੈਗੇ ਆ। ਸਹੀ ਗੱਲ ਹੈ ਜੀ। ਤੇ ਇਸ ਕਰਕੇ ਆਪਾਂ ਵੀ ਸੰਤਰਾ ਖਾ ਲਈਏ ਪਰ ਸੰਤਰੇ ਦਾ ਜੂਸ ਨਾ ਪੀਏ। ਉਹਦਾ ਸੇਮ ਹੀ ਹੋ ਗਿਆ ਕਿ ਵੀ ਔਰੰਜ ਜੂਸ ਵਿੱਚ ਜਿੰਨੀ ਸ਼ੂਗਰ ਤੇ ਕੈਲੋਰੀਜ਼ ਹੈਗੀਆਂ ਉਨੀ ਇੱਕ ਕੋਕ ਜਾਂ ਪੈਪਸੀ ਦੇ ਗਲਾਸ ਵਿੱਚ ਹੈਗੀਆਂ। ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹੈਗੇ ਆ ਉਹ ਵੀ ਸ਼ੂਗਰ ਡਰਿੰਕ ਹੀ ਹੈਗੀ ਆ, ਜਿਹੜੀ ਜੂਸ ਹੈਗੀ ਆ। ਆਪਾਂ ਕੋਈ ਮਹਿਮਾਨ ਆਉਂਦਾ, ਹੁਣ ਤਾਂ ਖੈਰ ਪੈਂਡੈਮਿਕ ਹੈਗਾ, ਮਹਿਮਾਨ ਆਉਂਦਾ ਤਾਂ ਉਹਨੂੰ ਜੂਸ ਪਿਆਉਂਦੇ ਹੈਗੇ ਆ ਜੀ ਕਿ ਕੁਝ ਤੰਦਰੁਸਤ ਵਾਲੀ ਚੰਗੀ ਚੀਜ਼ ਦੇ ਰਹੇ ਹੈਗੇ ਆ, ਪਰ ਉਹ ਚੰਗੀ ਚੀਜ਼ ਨਹੀਂ ਹੈਗੀ ਆ। ਆਪਾਂ ਫਰੂਟ ਰੱਖ ਦਈਏ ਜਾਂ ਬਦਾਮ ਅਖਰੋਟ ਰੱਖ ਦਈਏ, ਜੇ ਆਪਾਂ ਰੱਖ ਸਕਦੇ ਹੈਗੇ ਆ ਉਹ ਬਿਹਤਰ ਰਹੇਗਾ। ਡਾਕਟਰ ਸਾਹਿਬ ਦੁੱਧ? ਜੀ ਦੁੱਧ ਬਹੁਤ ਅੱਛਾ ਹੈਗਾ ਆਪਣੀ ਹੱਡੀਆਂ ਵਾਸਤੇ, ਹਾਂਜੀ। ਮਜ਼ਬੂਤੀ ਵਾਸਤੇ ਹੱਡੀਆਂ ਦੀ ਬਹੁਤ ਜ਼ਰੂਰੀ ਹੈਗਾ। ਸ਼ੂਗਰ ਆਪਾਂ ਵਾਸਤੇ? ਦੁੱਧ ਜਿਹੜਾ ਹੈਗਾ 1% ਜਾਂ 2% ਦੁੱਧ ਜਿਹੜਾ ਹੈਗਾ ਲੈਣਾ ਚਾਹੀਦਾ ਦਿਨ ਵਿੱਚ 1 ਜਾਂ 2 ਗਲਾਸ। ਤੇ ਕੀ ਸ਼ੂਗਰ ਵਾਲੇ ਨੂੰ ਜਿਹਨੂੰ ਸ਼ੂਗਰ ਹੈਗੀ, ਜਿਹਨੂੰ ਆਪਾਂ ਕਹਿ ਰਹੇ ਹਾਂ ਵੀ 7 ਦੇ ਨੇੜੇ ਤੇੜੇ ਹੈਗੇ ਨੇ, ਉਹਨਾਂ ਨੂੰ ਦੁੱਧ ਪੀਣਾ ਚਾਹੀਦਾ ਜਾਂ ਨਹੀਂ ਪੀਣਾ ਚਾਹੀਦਾ? ਇੱਕ ਕਾਲ ਆ ਨਾ, ਮੈਂ ਦੁੱਧ ਤੇ ਫਿਰ ਮੁੜ ਕੇ ਆਉਣਾ, ਮੈਂ ਕਾਲ ਆ ਨਾ ਇੱਕ। ਜ਼ਰੂਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ, ਕੀ ਸਵਾਲ ਹੈ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮੌਂਟਰੀਅਲ ਤੋਂ ਬੋਲ ਰਹੀ ਹਾਂ। ਹਾਂਜੀ, ਕੀ ਸਵਾਲ ਆ? ਹਾਂਜੀ, ਮੈਂ ਨਾ ਮੇਰਾ ਕੁਐਸਚਨ ਇਹ ਸੀਗਾ ਡਾਕਟਰ ਸਾਹਿਬ ਨੂੰ ਕਿ ਮੈਂ 3 ਮੰਥਸ ਪ੍ਰੈਗਨੈਂਟ ਹਾਂ। ਹਾਂਜੀ। ਮੈਂ ਕਰੋਨਾ ਵੈਕਸੀਨੇਸ਼ਨ ਲਗਵਾ ਸਕਦੀ ਹਾਂ? ਡਾਕਟਰ ਸਾਹਿਬ ਬਹੁਤ ਵਧੀਆ ਕੁਐਸਚਨ ਹੈ ਜੀ। ਤੁਹਾਨੂੰ ਸੁਣ ਗਿਆ ਹੋਣਾ ਵੀ ਇਹ ਪ੍ਰੈਗਨੈਂਟ ਨੇ ਜੀ 3 ਮਹੀਨੇ ਤੋਂ, ਔਰ ਕੀ ਇਹ ਵੈਕਸੀਨ ਕੋਵਿਡ ਦਾ ਲਵਾ ਸਕਦੇ ਨੇ? ਜੀ ਜੀ, ਆਪਾਂ ਫਿਰ ਲਓ ਜੀ, ਤੁਹਾਨੂੰ ਅਸੀਂ ਸਕਰੀਨ ਤੇ ਜਵਾਬ ਦਿੰਦੇ ਹਾਂ ਜੀ। ਥੈਂਕ ਯੂ। ਹਾਂਜੀ ਜੀ ਮਰਗਿਨ ਜੀ, ਸੋ ਆਪਾਂ ਜੇ ਗੱਲ ਕਰੀਏ ਕੋਵਿਡ ਕਿਹਨਾਂ ਨੂੰ ਖਤਰੇ ਵਾਲੀ ਬਿਮਾਰੀ ਜ਼ਿਆਦਾ ਬਣ ਸਕਦੀ ਹੈਗੀ ਆ, ਹਾਂਜੀ ਤਾਂ ਜਿਨ੍ਹਾਂ ਨੂੰ ਉਮਰ ਜ਼ਿਆਦਾ ਹੈਗੀ ਹੈ, ਜਿਵੇਂ 80 ਸਾਲ ਤੋਂ ਉੱਪਰ ਆਪਾਂ ਵੈਕਸੀਨ ਸ਼ੁਰੂ ਕੀਤੇ ਸੀਗੇ, ਪ੍ਰਾਇੋਰਟੀ ਦਿੱਤੀ ਸੀਗੀ, ਜਿਹੜੇ ਬਿਲਕੁਲ। ਨਰਸਿੰਗ ਹੋਮ ਵਿੱਚ ਰਹਿੰਦੇ ਹੈਗੇ ਨੇ, ਇਸ ਲਈ ਕਿ ਹਾਂਜੀ ਉਹਨਾਂ ਨੂੰ ਬਿਮਾਰੀ ਜ਼ਿਆਦਾ ਵਿਗੜ ਸਕਦੀ ਹੈਗੀ ਆ। ਜੀ ਹਾਂ। ਹੋਰ ਵੀ ਕੁਝ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਵਿੱਚ ਸ਼ੂਗਰ ਹੈਗੀ ਹੈ, ਹਾਰਟ ਦੀ ਪ੍ਰੋਬਲਮ ਹੈਗੀ ਹੈ, ਕਿਡਨੀ ਪ੍ਰੋਬਲਮ ਹੈਗੀ ਹੈ, ਲੰਗ ਪ੍ਰੋਬਲਮ ਹੈਗੀ ਹੈ, ਉਹਨਾਂ ਨੂੰ ਵੀ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਕਿਉਂਕਿ ਉਹਨਾਂ ਵਿੱਚ ਵਾਇਰਸ ਜਿਹੜਾ ਹੈਗਾ ਬਹੁਤ ਖਤਰੇ ਵਾਲੀ ਚੀਜ਼ ਹੋ ਸਕਦੀ ਹੈ। ਇਸ ਲਈ ਵੈਕਸੀਨ ਦਾ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਜੀ ਹਾਂ। ਉਹਨਾਂ ਵਿੱਚ ਹੀ ਹੁਣ ਹਾਈ ਪ੍ਰਾਇੋਰਟੀ ਲਿਸਟ ਵਿੱਚ ਹੀ ਪ੍ਰੈਗਨੈਂਸੀ ਵੀ ਆ ਗਈ ਹੈਗੀ ਆ ਕਿ ਪ੍ਰੈਗਨੈਂਟ ਜੋ ਹੈਗੇ ਨੇ, ਕਿਉਂਕਿ ਪ੍ਰੈਗਨੈਂਸੀ ਇੱਕ ਸਿਚੁਏਸ਼ਨ ਹੈਗੀ ਹੈ ਜਿਹਦੇ ਵਿੱਚ ਆਪਣੀ ਇਮਿਊਨ ਸਿਸਟਮ ਜਿਹੜੀ ਹੈਗੀ ਆ ਉਹ ਵੀਕ ਹੋ ਜਾਂਦੀ ਹੈਗੀ, ਆਪਣੀ ਕਾਮਗਾਰ ਨਹੀਂ ਰਹਿੰਦੀ ਹੈਗੀ ਆ। ਜੀ ਹਾਂ। ਤੇ ਵੇਖਿਆ ਗਿਆ ਹੈਗਾ ਹੈ ਕਿ ਜਿਹੜੇ ਜਨਾਨੀਆਂ ਪ੍ਰੈਗਨੈਂਟ ਹੁੰਦੀਆਂ ਨੇ, ਉਹਨਾਂ ਨੂੰ ਜੇ ਕੋਵਿਡ ਹੋਵੇ ਤਾਂ ਜ਼ਿਆਦਾ ਇੱਕ ਤਰ੍ਹਾਂ ਨਾਲ ਸਿਵੀਅਰ ਹੋ ਜਾਂਦਾ ਹੈਗਾ, ਤੇ ਫਿਰ ਉਹ ਕਈ ਵਾਰੀ ਹਸਪੀਟਲ ਜਾਂ ICU ਐਡਮਿਸ਼ਨ ਕਰਨੇ ਪਏ ਹੈਗੇ ਨੇ, ਹਾਂਜੀ ਤੇ ਬੱਚੇ ਦੀ ਡਿਲੀਵਰੀ ਜਿਹੜੀ ਹੁੰਦੀ ਹੈ ਉਹ ਪ੍ਰੀਟਰਮ ਹੋ ਜਾਂਦੀ ਹੈ, ਮਤਲਬ ਟਾਈਮ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਤੇ ਕੰਪਲਿਕੇਸ਼ਨ ਆ ਸਕਦੀਆਂ ਨੇ। ਜੀ ਹਾਂ। ਇਸ ਲਈ ਪ੍ਰਾਇੋਰਟੀ ਦਿੱਤੀ ਜਾ ਰਹੀ ਹੈਗੀ ਹੈ ਜਿਹੜੀਆਂ ਜਨਾਨੀਆਂ ਪ੍ਰੈਗਨੈਂਟ ਹੈਗੀਆਂ ਨੇ। ਹਾਂਜੀ ਇਨਫੈਕਟ ਕਿਹਾ ਜਾ ਰਿਹਾ ਹੈਗਾ ਕਿ ਬਿਲਕੁਲ ਸੇਫ ਹੈਗੀ ਹੈ, ਤੁਸੀਂ ਆਪਣੇ ਡਾਕਟਰ ਨਾਲ ਆਫ ਕੋਰਸ ਗੱਲ ਕਰੋ, ਪਰ ਪ੍ਰੈਗਨੈਂਸੀ ਵਿੱਚ ਪ੍ਰਾਇੋਰਟੀ ਜਿਹੜੀ ਹੈਗੀ ਹੈ ਦਿੱਤੀ ਜਾ ਰਹੀ ਹੈ ਆਪਣੇ ਵਾਸਤੇ ਵੀ ਤੇ ਬੱਚੇ ਵਾਸਤੇ ਵੀ, ਕਿਉਂਕਿ ਦੇਖਿਆ ਗਿਆ ਕਿ ਬੱਚੇ ਨੂੰ ਵੀ ਪ੍ਰੋਟੈਕਸ਼ਨ ਮਿਲਦੀ ਹੈ ਜੇ ਆਪਾਂ ਪ੍ਰੈਗਨੈਂਸੀ ਵਿੱਚ ਵੈਕਸੀਨ ਲਗਾਉਂਦੇ ਹੈਗੇ। ਬਿਲਕੁਲ ਜੀ, ਥੈਂਕ ਯੂ ਜੀ। ਮੈਂ ਸਰਵਰ ਟੀਮ ਨੂੰ ਕਹਾਂਗਾ, ਕਾਲ ਇੱਕ ਹੋਰ ਆ ਗਈ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਤੁਹਾਡਾ ਸਵਾਲ ਹੈ ਜੀ ਡਾਕਟਰ ਸਾਹਿਬ ਵਾਸਤੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਮੈਂ ਪੁੱਛਣਾ ਸੀ, ਮੈਂ ਕਿਹਾ ਮੇਰੀ ਸ਼ੂਗਰ ਫਾਸਟਿੰਗ ਹਮੇਸ਼ਾ 5 ਤੱਕ ਆਉਂਦੀ ਹੈ, 5.1 ਇਸ ਵਾਰੀ ਵੀ ਆਈ, ਪਰ ਇੱਕ ਸ਼ੂਗਰ ਮੇਰੀ ਡਾਕਟਰ ਨੇ ਚੈੱਕ ਕੀਤੀ ਸੀ, ਹੋਮੋਗਲੋਬਿਨ AIC 3 ਮੰਥਸ, ਆਈ ਥਿੰਕ ਉਹ 3 ਮੰਥਸ ਵਾਲਾ ਕੁਝ ਹੁੰਦਾ ਐਵਰੇਜ ਸ਼ੂਗਰ, ਹਾਂਜੀ, ਤੇ ਉਹ ਵਾਲੀ ਮੇਰੀ ਆਈ 5.9। ਕੀ ਮੈਂ ਪ੍ਰੀ ਡਾਇਬੀਟਿਕ ਹਾਂ? ਹਾਂਜੀ ਡਾਕਟਰ ਸਾਹਿਬ ਜੀ ਹਾਂਜੀ ਹਾਂਜੀ, ਥੈਂਕ ਯੂ ਥੈਂਕਸ ਫॉर ਕਾਲਿੰਗ ਜੀ। ਤੁਹਾਨੂੰ ਸਕਰੀਨ ਤੇ ਜਵਾਬ ਨਹੀਂ ਜੀ। ਹਾਂਜੀ ਡਾਕਟਰ ਸਾਹਿਬ, ਕੀ ਜਵਾਬ? ਇੱਕ ਸਵਾਲ ਮੈਂ ਹੋਰ ਲਾ ਲਾਂ ਜੀ ਪਹਿਲਾਂ? ਹਾਂ, ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਨੂੰ ਮਨਜੀਤ ਆ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੇਰੇ ਬੇਟੇ ਦਾ ਇੰਜੈਕਸ਼ਨ ਲਾਇਆ ਕੋਵਿਡ ਨਾਲ, ਦਰਦ ਹੋ ਰਿਹਾ ਸਰੀਰ ਦੇ ਵਿੱਚ ਸਾਰੇ, ਚ ਕੀ ਗੱਲ? ਓਕੇ ਜੀ, ਤੁਹਾਨੂੰ ਅਸੀਂ ਸਕਰੀਨ ਤੇ ਜਵਾਬ ਦਿੰਦੇ ਹਾਂ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਓਕੇ ਥੈਂਕ। ਹਾਂ, ਇੱਕ ਸਵਾਲ ਹੋਰ ਲਾ ਲਾਂ ਜੀ ਮੈਂ ਫਿਰ ਡਾਕਟਰ ਸਾਹਿਬ? ਜ਼ਰੂਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਤੁਹਾਡਾ ਸਵਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਚਲੋ, ਇਹਨਾਂ ਦੀ ਮਰਜ਼ੀ ਹੈ ਜੀ। ਉਹ 'ਚ ਪਹਿਲਾਂ ਤਾਂ ਹੀਮੋਗਲੋਬਿਨ ਵਾਲਾ ਸੀਗਾ ਜੀ, ਅਤੇ ਦੂਸਰਾ ਕਿ ਉਹਨਾਂ ਨੇ ਵੈਕਸੀਨ ਲਵਾਇਆ ਅਤੇ ਦਰਦ ਹੋ ਰਿਹਾ, ਦੋਨਾਂ ਦੇ ਆਪਾਂ ਜਵਾਬ ਦੇ ਦਿਓ ਜੀ।
ਜੀ ਜ਼ਰੂਰ। ਸੋ ਸ਼ੂਗਰ ਦੇ ਬਾਰੇ ਜਿਹੜਾ ਸਵਾਲ ਹੈਗਾ ਸੀਗਾ, ਹਾਂਜੀ। ਸੋ ਆਪਾਂ ਫਾਸਟਿੰਗ ਸ਼ੂਗਰ ਦੀ ਤਾਂ ਗੱਲ ਕਰ ਚੁੱਕੇ ਹੈਗੇ ਆ ਅਮਰਗਿੰਨ ਸਿੰਘ ਜੀ, ਵੀ ਫਾਸਟਿੰਗ ਤੇ ਸ਼ੂਗਰ ਜਿਹੜੀ ਖਾਲੀ ਪੇਟ ਹੁੰਦੀ ਹੈ ਉਹ ਆਪਾਂ ਕਹਿੰਦੇ ਆ 6 ਤੋਂ ਘੱਟ ਨਾਰਮਲ ਮੰਨੀ ਜਾਂਦੀ ਹੈ, ਤੇ 6 ਤੋਂ 7 ਦੇ ਦਰਮਿਆਨ ਜੇ ਹੋਵੇ ਤਾਂ ਉਹਨੂੰ ਪ੍ਰੀ ਡਾਇਬੀਟੀਜ਼, ਬਾਰਡਰਲਾਈਨ ਡਾਇਬੀਟੀਜ਼ ਕਿਹਾ ਜਾਂਦਾ ਹੈਗਾ। ਠੀਕ ਹੈ 7 ਜੀ। ਤੋਂ ਉੱਪਰ ਹੋਵੇ ਤਾਂ ਉਹਨੂੰ ਡਾਇਬੀਟੀਜ਼ ਕਹਿੰਦੇ। ਪਰ ਹਾਂਜੀ ਉਹ ਤਾਂ ਖਾਲੀ ਫਾਸਟਿੰਗ ਸ਼ੂਗਰ ਹੈਗੀ ਹੈ, ਉਹਦੇ ਵਿੱਚ ਸਾਰੇ ਦਿਨ ਦੀ ਸ਼ੂਗਰ ਨਹੀਂ ਹੈਗੀ ਹੈ। ਜੀ। ਇੱਕ ਟੈਸਟ ਹੁੰਦਾ ਹੈ ਜਿਹੜਾ ਬਲੱਡ ਟੈਸਟ ਹੁੰਦਾ ਹੈ, ਜਿਹੜਾ ਆਪਾਂ ਲੈਬ ਜਾ ਕੇ ਬਲੱਡ ਕਰਾਉਂਦੇ ਹੈਗੇ ਆ, ਟੈਸਟ ਡਾਕਟਰ ਦੇ ਆਫਿਸ ਕਰਾਉਂਦੇ ਹੈਗੇ ਆ। ਉਹਦੇ ਹਾਂਜੀ ਵਿੱਚ ਇੱਕ ਸਪੈਸ਼ਲ ਟੈਸਟ ਹੋ ਸਕਦਾ ਹੈ ਜਿਹੜਾ ਹੀਮੋਗਲੋਬਿਨ A1C ਕਹਿੰਦੇ ਹੈਗੇ ਆ। ਜੀ ਹਾਂ, ਉਹ ਸ਼ੂਗਰ ਹੁੰਦੀ ਜਿਹੜੀ ਆਪਣੀ ਹੀਮੋਗਲੋਬਿਨ ਦੇ ਨਾਲ ਚਿਪਕੀ ਹੋਈ ਹੁੰਦੀ ਹੈਗੀ ਆ, ਉਹਦੇ ਨਾਲ ਡਟੀ ਹੋਈ ਹੁੰਦੀ ਹੈਗੀ ਆ। ਉਹ 3 ਮਹੀਨਿਆਂ ਦੀ ਐਵਰੇਜ ਸਾਨੂੰ ਦੱਸ ਸਕਦੀ ਹੈਗੀ ਆ, ਪਿਛਲੇ 3 ਮਹੀਨੇ ਸਾਡੀ ਸ਼ੂਗਰ ਸਵੇਰੇ, ਦੁਪਹਿਰੇ, ਸ਼ਾਮੀ, ਰਾਤੀ ਕਿੰਨੀ ਰਹੀ ਹੈਗੀ ਹੈ। ਸਾਰਾ ਕੁਝ ਮਿਕਸ ਹੋ ਕੇ ਇੱਕ ਤਰ੍ਹਾਂ ਨਾਲ ਐਵਰੇਜ ਮਿਲ ਜਾਂਦੀ ਹੈਗੀ ਆ ਸਾਨੂੰ ਸ਼ੂਗਰ ਦੀ। ਜੀ ਹਾਂ, ਉਹਦਾ ਆਪਾਂ ਗੱਲ ਕਰ ਰਹੇ ਹੈਗੇ ਆ। ਹਾਂਜੀ ਉਹ ਐਵਰੇਜ ਕਈ ਵਾਰੀ ਫਾਸਟਿੰਗ ਤੋਂ ਡਿਫਰੈਂਟ ਹੋ ਜਾਂਦੀ ਹੈਗੀ ਆ, ਵੀ ਫਾਸਟਿੰਗ ਸ਼ੂਗਰ ਜਿਹੜੀ ਹੁੰਦੀ ਹੈ ਕਈ ਵਾਰੀ ਠੀਕ ਰਹਿੰਦੀ ਹੈ, ਪਰ ਐਵਰੇਜ ਫਿਰ ਵੀ ਵੱਧ ਸਕਦੀ ਹੈਗੀ ਆ। ਜਿਵੇਂ ਸਾਡੇ ਕਾਲਰ ਨੇ ਦੱਸਿਆ ਸੀਗਾ, ਜੀ ਹਾਂ, ਉਹਦਾ ਨੰਬਰ ਜਿਹੜਾ ਹੈਗਾ ਜੇ 5.9 ਹੈਗਾ, ਉਹਨੂੰ ਆਪਾਂ ਬਾਰਡਰ ਲਾਈਨ ਦੇ ਬਾਰਡਰ ਤੇ ਕਹਿ ਸਕਦੇ ਹੈਗੇ ਆ, ਕਿਉਂਕਿ ਜੇ 6 ਹੋ ਜਾਂਦਾ ਤੇ ਆਪਾਂ ਉਹਨੂੰ ਪ੍ਰੀ ਡਾਇਬੀਟੀਜ਼ ਦਾ ਡਾਇਗਨੋਸਿਸ ਦੇ ਦੇਣਾ ਸੀਗਾ। ਜੀ ਹਾਂ, 5.9 5.9 ਦਾ ਜਿਹੜਾ ਹੈਗਾ ਬਹੁਤ ਹੀ ਨੇੜੇ ਹੈਗਾ 6 ਦੇ, ਤੇ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਧਿਆਨ ਕਰੀਏ ਕਿ ਆਪਾਂ ਖਾਣੇ ਜਿਹੜੇ ਹੈਗੇ ਨੇ ਘਟਾਈਏ, ਚਰਬੀ ਘਟਾਈਏ। ਚਰਬੀ ਤਾਂ ਘਟੇਗੀ ਜੇ ਆਪਾਂ ਕੈਲੋਰੀਜ਼ ਘਟਾਵਾਂਗੇ। ਜੀ ਜਿਹੜਾ ਬਾਰਡਰਲਾਈਨ ਡਾਇਬੀਟੀਜ਼, ਪ੍ਰੀ ਡਾਇਬੀਟੀਜ਼ ਦਾ ਹੀਮੋਗਲੋਬਿਨ A1C ਦਾ ਨੰਬਰ ਹੈਗਾ, ਉਹ ਹੁੰਦਾ 6 ਤੋਂ 6.4 ਦੇ ਦਰਮਿਆਨ। ਹਾਂਜੀ ਜੇ 6.5 ਹੋ ਜਾਵੇ ਤੇ ਉਹਨੂੰ ਡਾਇਬੀਟੀਜ਼ ਕਹਿ ਦਿੰਦੇ ਹੈਗੇ ਆ। ਜੀ ਹਾਂ, 6 ਤੋਂ ਘੱਟ ਜਿਹੜਾ ਹੈਗਾ ਨਾਰਮਲ ਮੰਨਿਆ ਜਾਂਦਾ, ਪਰ 5.9 ਇਜ਼ ਵੈਰੀ ਕਲੋਜ਼। ਆਪਾਂ ਉਹਨੂੰ ਧਿਆਨ ਦਈਏ। ਤੇ 6 to 6.4 ਜਿਹੜਾ ਹੈਗਾ ਪ੍ਰੀ ਡਾਇਬੀਟੀਜ਼ ਹੀਮੋਗਲੋਬਿਨ A1C, ਤੇ 6.5 ਐਂਡ ਅਬਵ ਇਜ਼ ਡਾਇਬੀਟੀਜ਼। ਲਓ ਜੀ, ਇੱਕ ਸਵਾਲ ਹੋਰ ਲੈ ਲਈਏ ਫਿਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਜੀ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ ਡਾਕਟਰ ਸਾਹਿਬ ਵਾਸਤੇ? ਮੇਰਾ ਸਵਾਲ ਇਹ ਹੈ ਜੀ ਕਿ 70 ਸਾਲ ਦੇ ਬੰਦੇ ਦੀ ਸ਼ੂਗਰ ਕਿੰਨੀ ਹੋਣੀ ਚਾਹੀਦੀ ਹੈ ਜੀ, ਮੇਰਾ ਇਹ ਸਵਾਲ ਹੈ। ਓਕੇ ਜੀ, ਨੋ ਪ੍ਰੋਬਲਮ, ਤੁਹਾਨੂੰ ਸਕਰੀਨ ਤੇ ਜਵਾਬ ਦਿੰਦੇ ਹਾਂ ਜੀ। ਉਸ ਤੋਂ ਪਹਿਲਾਂ ਡਾਕਟਰ ਸਾਹਿਬ ਦੂਸਰਾ ਸੀਗਾ ਵੀ ਕਿਸੇ ਨੇ ਵੈਕਸੀਨ ਲਵਾਇਆ ਤੇ ਉਹ ਦਰਦ ਹੋ ਰਿਹਾ ਉਹਨਾਂ ਦਾ, ਪਹਿਲਾਂ ਆਪਾਂ ਉਹ ਜਵਾਬ ਦੇ ਦਈਏ, ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਦਾ ਜਵਾਬ ਦੇ ਦਾਂਗੇ ਜੀ। ਹਾਂਜੀ। ਹੁਣ ਬੱਚਿਆਂ ਨੂੰ ਵੈਕਸੀਨ ਲੱਗਣੇ ਸ਼ੁਰੂ ਹੋ ਗਏ ਨੇ ਜੀ ਅਮਰਗਿੰਨ ਸਿੰਘ ਜੀ, ਤੇ ਬਹੁਤ ਜ਼ਰੂਰੀ ਹੈਗਾ ਵੀ ਆਪਾਂ ਸਾਰੇ ਹੀ ਵੈਕਸੀਨ ਲਗਾ ਲਈਏ। ਅੱਜ ਤਾਂ ਪੂਰੇ ਪ੍ਰੋਵਿੰਸ ਨੇ, ਓਨਟਾਰੀਓ ਨੇ 18 ਸਾਲ ਤੋਂ ਉੱਪਰ ਵਾਲਿਆਂ ਨੂੰ ਵੈਕਸੀਨ ਖੋਲ੍ਹਤੇ ਹੈਗੇ ਨੇ। ਕੁਝ ਪ੍ਰੋਵਿੰਸਿਸ ਜਿਵੇਂ ਮੈਨੀਟੋਬਾ ਵਗੈਰਾ ਹੈਗੇ ਨੇ, ਉੱਥੇ ਤਾਂ 12 ਸਾਲ ਤੋਂ ਉੱਪਰ ਵੀ ਖੁੱਲ੍ਹ ਗਏ ਹੈਗੇ ਨੇ। ਵੈਕਸੀਨ ਜਲਦੀ ਖੁੱਲ੍ਹ ਜਾਣਗੇ, ਆਈ ਐਮ ਸ਼ੋਰ ਇੱਥੇ ਵੀ। ਤੇ ਆਪਾਂ ਜ਼ਰੂਰੀ ਹੈਗਾ ਕਿ ਸਮਝੀਏ ਕਿ ਵੈਕਸੀਨ ਕੰਮ ਕਿਵੇਂ ਕਰਦੀ ਹੈਗੀ ਆ। ਜੀ ਵੈਕਸੀਨ ਕੀ ਹੁੰਦਾ ਹੈ? ਆਪਾਂ ਇੱਕ ਤਰ੍ਹਾਂ ਨਾਲ ਕਹਿ ਦਈਏ, ਆਪਾਂ ਆਪਣੀ ਇਮਿਊਨ ਸਿਸਟਮ ਦੀ ਆਰਮੀ ਤਿਆਰ ਕਰਨੀ ਹੈਗੀ ਆ। Yeah. ਆਰਮੀ ਕਿਵੇਂ ਤਿਆਰ ਕਰਾਂਗੇ? ਆਪਾਂ ਉਹਨੂੰ ਐਨੀਮੀ ਦਿਖਾ ਕੇ, ਵੀ ਹਾਂਜੀ। ਉਹ ਜਿਹੜਾ ਸਾਡਾ ਐਨੀਮੀ ਹੈਗਾ, ਜਿਹੜਾ ਸਾਡਾ ਆਪੋਜ਼ਿਟ ਆਪਾਂ ਕਹਿ ਦਈਏ ਹੈਗਾ, ਉਹਨੂੰ ਆਪਾਂ ਦਿਖਾ ਕੇ ਵਾਇਰਸ ਛੋਟਾ ਜਿਹਾ, ਜਿਹੜਾ ਕਿ ਇੱਕ ਕਣ ਹੈਗਾ ਵਾਇਰਸ ਦਾ, ਜੋ ਕਿ ਵਾਇਰਸ ਕੋਈ ਸਾਨੂੰ ਬਿਮਾਰੀ ਨਹੀਂ ਦੇ ਸਕਦਾ ਵਾਇਰਸ ਦੀ, ਪਰ ਉਹਦਾ ਇੱਕ ਛੋਟਾ ਜਿਹਾ ਕਣ ਜਿਹੜਾ ਹੈਗਾ ਆਪਾਂ ਵੈਕਸੀਨ ਦੀ ਤਰ੍ਹਾਂ ਦਿੰਦੇ ਹੈਗੇ ਆ, ਤਾਂ ਕਿ ਆਪਣੀ ਇਮਿਊਨ ਸਿਸਟਮ ਜਿਹੜੀ ਹੈਗੀ ਹੈ ਸਟਰੋਂਗ ਹੋ ਸਕੇ, ਬੂਸਟ ਹੋ ਸਕੇ, ਆਰਮੀ ਤਿਆਰ ਹੋ ਸਕੇ ਕਿ ਵੀ ਅਸਲੀ ਵਾਇਰਸ ਜਦੋਂ ਆਏਗਾ ਤੇ ਆਰਮੀ ਉਹ ਵਾਇਰਸ ਨੂੰ ਫਾਈਟ ਕਰ ਲੇਗੀ। ਇਹਨੂੰ ਆਪਾਂ ਵੈਕਸੀਨ ਕਹਿੰਦੇ ਹੈਗੇ। ਜੀ ਵੈਕਸੀਨ ਜਿਹੜੀ ਹੈਗੀ ਆ, ਜਦੋਂ ਇਮਿਊਨ ਸਿਸਟਮ ਬਣ ਰਿਹਾ ਹੁੰਦਾ, ਸਟਰੋਂਗ ਬਣ ਰਿਹਾ ਹੁੰਦਾ, ਤੇ ਇਮਿਊਨ ਸਿਸਟਮ ਜਿਹੜਾ ਆਪਣਾ ਸਟਰੋਂਗ ਹੋ ਰਿਹਾ ਹੁੰਦਾ, ਉਦੋਂ ਆਪਾਂ ਕੁਝ ਘੰਟਿਆਂ ਵਾਸਤੇ ਜਾਂ 1 ਦਿਨ ਵਾਸਤੇ ਜਾਂ ਕਈ ਵਾਰੀ 2 ਦਿਨ ਵਾਸਤੇ ਜਿੱਥੇ ਲੱਗਿਆ ਹੁੰਦਾ ਵੈਕਸੀਨ, ਜਾਂ ਫਿਰ ਪੂਰੇ ਸਰੀਰ ਵਿੱਚ, ਕੁਝ ਲੋਕਾਂ ਨੂੰ ਦਰਦ ਹੋ ਸਕਦੀ ਹੈ, ਸਿਰ ਦਰਦ ਹੋ ਸਕਦਾ, ਜਾਂ ਕੁਝ ਹਲਕਾ ਜਿਹਾ ਬੁਖਾਰ ਵੀ ਹੋ ਸਕਦਾ ਹੈਗਾ। ਹਾਂਜੀ ਉਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਹੈ। ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਐਲਰਜੀ ਹੋ ਗਈ ਜਾਂ ਕੋਈ ਜ਼ਿਆਦਾ ਹੀ ਬਿਮਾਰੀ ਹੋ ਗਈ ਹੈਗੀ ਆ। ਕੁਝ ਘੰਟਿਆਂ ਵਾਸਤੇ ਹੋਊਗੀ, ਆਪਾਂ ਟਾਇਲਨੋਲ ਲੈ ਸਕਦੇ ਹੈਗੇ ਆ, ਤੇ ਉਹ ਚਲੀ ਜਾਣੀ ਹੈ। ਉਹ ਸਿਰਫ ਆਪਣਾ ਇਮਿਊਨ ਸਿਸਟਮ ਬੂਸਟ ਹੋ ਰਿਹਾ, ਤੇ ਆਪਾਂ ਇਹਦੇ ਵਿੱਚ ਸਗੋਂ ਖੁਸ਼ ਹੋਣਾ ਚਾਹੀਦਾ ਹੈ ਵੀ ਆਪਣਾ ਇਮਿਊਨ ਸਿਸਟਮ ਬੂਸਟ ਹੋ ਰਿਹਾ, ਵੈਕਸੀਨ ਕੰਮ ਕਰ ਰਹੀ ਹੈਗੀ ਹੈ, ਤਾਂ ਕਿ ਆਪਾਂ ਜਦੋਂ ਅਸਲੀ ਐਨੀਮੀ ਜਦੋਂ ਆਏਗਾ, ਆਪਣੀ ਆਰਮੀ ਤਿਆਰ ਰਹੇਗੀ ਉਹਦੇ ਵਾਸਤੇ ਤਿਆਰ ਹੋਏਗੀ। ਆਪਾਂ ਨੂੰ ਬਚਾਉਣ ਵਾਸਤੇ। ਦੈਟਸ ਗੁੱਡ ਜੀ। ਦੂਸਰਾ ਸਵਾਲ ਸੀਗਾ ਜੀ 70 ਇਅਰਸ ਦੇ ਜਿਨ੍ਹਾਂ ਨੂੰ ਵੀ ਸ਼ੂਗਰ ਕਿੰਨੀ ਹੋਣੀ ਚਾਹੀਦੀ ਹੈ? ਸਵਾਲ ਇਹ ਸੀਗਾ ਜੀ, ਉਹਨਾਂ ਦੀ ਉਮਰ 70 ਸਾਲ ਹੈ। ਸ਼ੂਗਰ ਜਿਹੜੀ ਹੈਗੀ ਆ, ਉਹ ਏਜ ਦੇ ਨਾਲ ਆਪਾਂ ਨਹੀਂ ਡਿਸਾਈਡ ਕਰਦੇ, ਡਾਇਗਨੋਜ਼ ਨਹੀਂ ਕਰਦੇ। ਸਾਰਿਆਂ ਦੀ ਹੀ ਸ਼ੂਗਰ, ਭਾਵੇਂ ਤੁਸੀਂ 70 ਸਾਲ ਦੇ ਹੈਗੇ ਹੋ, ਭਾਵੇਂ 80 ਸਾਲ ਦੇ ਹੈਗੇ ਹੋ, ਭਾਵੇਂ 20 ਸਾਲ ਦੇ ਹੈਗੇ ਹੋ, ਇਹ ਤੋਂ ਘੱਟ ਰਹਿਣੀ ਚਾਹੀਦੀ ਹੈ। ਜਿਵੇਂ ਆਪਾਂ ਗੱਲ ਕੀਤੀ ਸੀਗੀ ਅਮਰਗਿੰਨ ਸਿੰਘ ਜੀ, ਕਿ ਆਪਾਂ ਨੇ, ਰੱਬ ਨੇ ਜਿਹੜੀ ਆਪਣੀ ਬੋਡੀ ਬਣਾਈ ਹੈਗੀ ਹੈ, ਇੰਨੀ ਵਧੀਆ ਬਣਾਈ ਹੈ ਕਿ ਉਹ 4 ਤੋਂ 6 ਦੇ ਦਰਮਿਆਨ ਹੀ ਰਹਿਣੀ ਚਾਹੀਦੀ ਹੈ। ਭਾਵੇਂ 70 ਸਾਲ ਦੇ ਹੋ ਜਾਈਏ ਤਾਂ ਵੀ, 80 ਸਾਲ ਦੇ, 100 ਸਾਲ ਦੇ ਵੀ। ਓਕੇ ਜੀ। ਤੋਂ ਏਜ ਦੇ ਹਿਸਾਬ ਨਾਲ ਡਿਪੈਂਡ ਨਹੀਂ ਕਰਦਾ।
ਇਹਦੇ ਵਿੱਚ ਮੈਂ ਇੱਕ ਇਹ ਵੀ ਵਹਿਮ ਚੇਂਜ ਕਰਨਾ ਚਾਹੂੰਗਾ ਕਿ ਲੋਕੀ ਕਹਿੰਦੇ ਨੇ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਨਾਰਮਲ ਏਜ ਦੇ ਨਾਲ ਆਪਾਂ ਕਹਿੰਦੇ ਹਾਂ ਕਿ 140 150 160 ਵੀ ਠੀਕ ਹੈਗਾ, ਇਹ ਵੀ ਗਲਤ ਹੈਗਾ। ਹਾਂਜੀ ਬਲੱਡ ਪ੍ਰੈਸ਼ਰ ਜਿਹੜਾ ਹੈਗਾ 140 ਤੱਕ ਹੀ ਰਹਿਣਾ ਚਾਹੀਦਾ, ਭਾਵੇਂ ਤੁਹਾਡੀ ਉਮਰ 80 ਸਾਲ ਹੋਵੇ, 90 ਸਾਲ ਹੋਵੇ ਜਾਂ 50 ਸਾਲ। ਲਓ ਜੀ, ਸਵਾਲ ਹੋਰ ਆ ਰਿਹਾ ਜੀ ਮੇਰੇ ਖਿਆਲ ਤਕਰੀਬਨ ਚਾਰ ਕਾਲਾਂ ਨੇ ਜੀ ਵੇਟ ਕਰ ਰਹੀਆਂ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਹੈਲੋ, ਹਾਂਜੀ, ਮੇਰਾ ਕੁਐਸਚਨ ਸੀਗਾ ਕਿ ਮੈਨੂੰ 1 year ਹੋ ਗਿਆ ਡਾਇਗਨੋਸ ਹੋਇਆ ਨੂੰ ਡਾਇਬੀਟੀਜ਼, ਹਾਂਜੀ ਔਰ ਮੈਂ ਡਿਫਰੈਂਟ ਮੈਥਡਸ ਟਰਾਈ ਕਰ ਰਹੀ ਹਾਂ। ਇੰਟਰਮੀਡੀਏਟ ਫਾਸਟਿੰਗ ਟਰਾਈ ਕੀਤੀ ਆ, ਲੋ ਕਾਰਬ ਡਾਈਟ ਟਰਾਈ ਕੀਤੀ ਆ, ਪਰ ਮੇਰਾ ਉਹਦੇ ਨਾਲ ਫਿਰ weight loss ਬਹੁਤ ਹੋ ਰਿਹਾ ਜੇ ਮੇਰੀ ਵਿਦਿਨ ਥੋੜੀ ਰੇਂਜ ਆਉਂਦੀ ਆ। ਸੋ ਇੰਪੋਰਟੈਂਟ ਕੀ ਆ ਕਿ ਰਿਵਰਸਲ ਆਫ ਡਾਇਬੀਟੀਜ਼ ਇੰਪੋਰਟੈਂਟ ਆ ਔਰ ਮੇਨਟੇਨਿੰਗ ਦ ਬਲੱਡ ਸ਼ੂਗਰ ਇਜ਼ ਮੋਰ ਇੰਪੋਰਟੈਂਟ। ਤੁਹਾਡਾ weight ਤੇ ਹਾਈਟ ਕਿੰਨਾ ਹੈਗਾ ਜੀ, ਪੁੱਛ ਲਓਗੇ? ਤੁਹਾਡਾ weight ਤੇ ਹਾਈਟ ਕਿੰਨਾ ਜੀ? ਹੈਲੋ, ਤੁਹਾਡਾ weight ਐਂਡ ਹਾਈਟ ਕਿੰਨਾ ਜੀ, ਡਾਕਟਰ ਸਾਹਿਬ ਪੁੱਛਣਾ ਚਾਹੁੰਦੇ ਆ। ਹੈਲੋ, ਸੌਰੀ ਵਸਾ ਤੁਹਾਡਾ weight ਕਿੰਨਾ, how much is your weight and height? 50 ਮੇਰਾ ਹੁਣ ਰਾਈਟ ਨਾਓ weight ਹੈਗਾ ਵਾ 54 kg ਐਂਡ ਹਾਈਟ ਹੈਗੀ ਆ 5'3". 5'3". ਡਾਕਟਰ ਸਾਹਿਬ 5'3"? ਮੇਰਾ weight ਜਿਹੜਾ ਆ ਉਹ 62 kg ਤੋਂ ਡ੍ਰੌਪ ਹੋਇਆ ਆ। 62 kg ਤੋਂ? ਜੀ ਜ਼ਰੂਰ ਜੀ। ਓਕੇ ਡਾਕਟਰ ਸਾਹਿਬ, ਮੈਂ ਇੱਕ ਸਵਾਲ ਹੋਰ ਲੈਣਾ ਜੀ। ਥੈਂਕ ਯੂ, ਤੁਹਾਨੂੰ ਅਸੀਂ ਸਕਰੀਨ ਤੇ ਜਵਾਬ ਦਿੰਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਡਾਕਟਰ ਸਾਹਿਬ ਜੀ, ਅਮਰੀਕ ਸਿੰਘ ਬੋਲਦਾ ਬ੍ਰਹਮਟਨ ਤੋਂ ਜੀ। ਹਾਂਜੀ, ਕੀ ਤੁਹਾਡਾ ਸਵਾਲ ਹੈ ਜੀ? ਹਾਂ ਸਰ, 70 ਸਾਲ ਦੀ ਮੇਰੀ ਉਮਰ ਆ, ਮੇਰਾ ਗਾਲ ਬਲੈਡਰ ਰਿਮੂਵ ਹੋਇਆ। ਹਾਂਜੀ, ਇਹ ਲੀਵਰ ਤੇ ਸਟੰਟ, ਲੀਵਰ ਪਾਈਪ ਸਟੰਟ ਪਿਆ। ਸਟੰਟ, ਅੱਛਾ ਜੀ। 1 ਮਹੀਨਾ ਹੋ ਗਿਆ, ਮੈਂ ਵੈਕਸੀਨ ਦਾ ਟੀਕਾ ਲਵਾ ਸਕਦਾ ਕੋਵਿਡ ਵਾਲਾ? ਲਓ ਜੀ, ਤੁਹਾਨੂੰ ਸਕਰੀਨ ਤੇ ਜਵਾਬ ਦਿੰਦੇ ਜੀ। ਥੈਂਕ ਯੂ ਜੀ। ਡਾਕਟਰ ਸਾਹਿਬ, ਪਹਿਲਾਂ ਤਾਂ ਉਹ ਤੁਸੀਂ ਪਹਿਲਾਂ ਜਿਹੜਾ 62 ਤੋਂ 54 ਤੇ ਆਏ ਨੇ ਜੀ, ਉਹਨਾਂ ਦਾ, ਤੇ ਉਸ ਤੋਂ ਬਾਅਦ ਆਪਾਂ ਦੂਸਰਾ ਇੱਕ ਸਵਾਲ ਹੋਰ ਲੈਣਾ ਜੀ ਮੈਂ ਇੱਕ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਸਵਾਲ ਇਹ ਹੈ ਜੀ ਕਿ ਇਮਿਊਨ ਸਿਸਟਮ ਦਾ ਮਤਲਬ ਡਾਈਜੈਸ਼ਨ ਸਿਸਟਮ ਜਿਹੜਾ ਹੈ ਉਹ ਹੁੰਦਾ ਹੈ ਜਾਂ ਓਵਰਆਲ ਬਾਡੀ ਦਾ ਇਮਿਊਨ ਸਿਸਟਮ ਹੁੰਦਾ ਹੈ, ਦੋਨਾਂ 'ਚ ਕੀ ਡਿਫਰੈਂਸ? ਓਕੇ ਜੀ, ਥੈਂਕ ਯੂ ਜੀ। ਇਮਿਊਨ ਸਿਸਟਮ ਤੇ ਦਾ ਇਮਿਊਨ ਸਿਸਟਮ ਬਾਰੇ ਐਕਚੁਅਲੀ ਪੂਰਾ ਜਾਣਨਾ ਚਾਹੁੰਦੇ ਹਾਂ। ਠੀਕ ਹੈ ਜੀ। ਪਹਿਲਾ ਸਵਾਲ ਜਿਹੜਾ ਸੀਗਾ ਜੀ, ਉਹ ਉਹਨਾਂ ਨੇ ਡਾਈਟਿੰਗ ਕੀਤੀ ਹੈ, ਜੋ ਕੁਝ ਕੀਤਾ ਤੁਸੀਂ ਉਹਦੇ ਬਾਰੇ ਪਹਿਲਾਂ ਆਪਾਂ ਉਹ ਜਵਾਬ ਦੇ ਦਈਏ ਜੀ। ਸੋ ਆਪਾਂ ਕਹਿ ਰਹੇ ਸੀਗੇ ਅਮਰਗਿੰਦਰ ਸਿੰਘ ਜੀ ਕਿ ਚਰਬੀ ਜਿਹੜੀ ਹੈਗੀ ਆ ਆਪਣੀ ਬਾਡੀ ਦੀ, ਉਹ ਡਾਇਬੀਟੀਜ਼ ਦੀ ਬਿਮਾਰੀ ਪੈਦਾ ਕਰਦੀ ਹੈਗੀ ਆ ਜ਼ਿਆਦਾਤਰ ਲੋਕਾਂ ਵਿੱਚ, ਹੈ ਨਾ। ਕੁਝ ਲੋਕਾਂ ਵਿੱਚ ਐਵੇਂ ਨਹੀਂ ਹੁੰਦਾ। ਈਵਨ ਜਦੋਂ ਅਸੀਂ weight ਇੰਨਾ ਜ਼ਿਆਦਾ ਨਾ ਵੀ ਹੋਵੇ ਆਪਣੀ ਹਾਈਟ ਦੇ ਹਿਸਾਬ ਨਾਲ, ਤਾਂ ਵੀ ਕਈ ਲੋਕਾਂ ਨੂੰ ਡਾਇਬੀਟੀਜ਼ ਹੋ ਜਾਂਦੀ ਹੈਗੀ ਆ। ਆਪਾਂ ਜੇ ਇੱਕ ਉਦਾਹਰਨ ਅਗੇਨ ਦੇ ਦਈਏ, ਤੇ ਆਪਾਂ ਜੇ ਹਾਈਵੇ ਤੇ ਗੱਡੀ ਚਲਾ ਰਹੇ ਹੈਗੇ ਆ, ਕਾਰ ਚਲਾ ਰਹੇ ਹੈਗੇ ਆ, ਤੇ 100 km/h ਦੀ ਸਪੀਡ ਲਿਮਿਟ ਹੈਗੀ ਆ, ਤੇ ਕੁਝ ਲੋਕ ਜਿਹੜੇ ਹੈਗੇ ਨੇ, ਜੇ ਆਪਾਂ 200 ਤੇ ਚਲਾਉਣ ਲੱਗ ਜਾਈਏ, ਡਬਲ ਸਪੀਡ ਤੇ ਚਲਾਉਣ ਲੱਗ ਜਾਈਏ, ਤਾਂ ਉਹਦਾ ਐਕਸੀਡੈਂਟ ਹੋਣ ਦਾ ਚਾਂਸ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਜਾਂਦਾ, ਆਪਾਂ ਕਹਿ ਦਈਏ ਡਬਲ ਟ੍ਰਿਪਲ ਹੋ ਜਾਂਦਾ ਹੈਗਾ। ਕੁਝ ਲੋਕ ਜਿਹੜੇ ਹੈਗੇ ਨੇ 100 ਤੇ ਵੀ ਚਲਾ ਰਹੇ ਹੋਣਗੇ, ਫਿਰ ਵੀ ਐਕਸੀਡੈਂਟ ਹੋ ਜਾਂਦਾ, ਖਤਰਾ ਘੱਟ ਹੈਗਾ ਪਰ ਹੋ ਸਕਦਾ ਹੈਗਾ। ਐਵੇਂ ਹੀ ਡਾਇਬੀਟੀਜ਼ ਦਾ ਵੀ ਹੈਗਾ ਕਿ ਆਪਾਂ ਜੇ ਆਪਣੀ ਬੋਡੀ weight ਮੇਨਟੇਨ ਵੀ ਕਰ ਲਈਏ, ਸਹੀ ਵੀ ਰੱਖੀਏ, ਚਰਬੀ ਵੀ ਘੱਟ ਰੱਖੀਏ, ਤਾਂ ਵੀ ਕੁਝ ਲੋਕਾਂ ਨੂੰ ਹੋ ਜਾਂਦੀ ਹੈਗੀ ਆ। ਪਰ ਜ਼ਿਆਦਾ ਇੰਨੇ ਚਾਂਸ ਨਹੀਂ ਹੈਗੇ। ਜਿਨ੍ਹਾਂ ਨੂੰ ਜ਼ਿਆਦਾ ਚਾਂਸ ਹੈਗੇ ਨੇ ਉਹ ਮੋਟੇ ਹੁੰਦੇ ਨੇ, ਮੋਟਾਪੇ ਦੇ ਨਾਲ ਬਿਮਾਰੀ ਆਉਂਦੀ ਹੈਗੀ ਆ। ਜੇ ਆਪਾਂ weight ਦੀ ਗੱਲ ਕਰ ਲਈਏ, ਉਹਨਾਂ ਨੇ ਜਿਹੜਾ weight ਆਪਣੀ ਹਾਈਟ ਦੇ ਹਿਸਾਬ ਨਾਲ ਦੱਸਿਆ ਸੀਗਾ, ਮੇਰੇ ਖਿਆਲ ਨਾਲ ਠੀਕ ਹੈਗਾ। ਸਪੈਸ਼ਲੀ ਹੁਣ ਜਿਹੜਾ 54 ਕਿਲੋ ਕਹਿ ਰਹੇ ਨੇ, ਇਸ ਤੋਂ ਘਟਾਉਣ ਦੀ ਹੋਰ ਜ਼ਰੂਰਤ ਨਹੀਂ ਹੈਗੀ ਆ। ਆਈ ਥਿੰਕ ਉਹਨਾਂ ਦੀ ਉਹੀ ਗੱਲ ਹੈਗੀ ਹੈ ਕਿ ਵੀ ਬੋਡੀ ਵਿੱਚ ਜਾਂ ਤਾਂ ਜੈਨੇਟਿਕ ਹਿਸਟਰੀ ਕਰਕੇ, ਫੈਮਿਲੀ ਹਿਸਟਰੀ ਕਰਕੇ, ਆਪਣਾ ਬੋਡੀ ਵਿੱਚ ਜਿਹੜਾ ਕੈਮੀਕਲਸ ਹੈਗੇ ਨੇ, ਹਾਰਮੋਨਸ ਹੈਗੇ ਨੇ, ਇਨਸੂਲਿਨ ਜਿਹੜਾ ਹੈਗਾ ਉਹ ਘੱਟ ਬਣਦਾ ਹੈਗਾ, ਇਸ ਕਰਕੇ ਡਾਇਬੀਟੀਜ਼ ਹੈਗੀ ਆ। ਆਪਾਂ ਦੋਵੇਂ ਚੀਜ਼ਾਂ ਜ਼ਰੂਰੀ ਹੈਗੀਆਂ ਨੇ, ਸਪੈਸ਼ਲੀ ਯੰਗ ਏਜ ਦੇ ਵਿੱਚ, ਕਿ ਆਪਾਂ ਦਵਾਈ ਵੀ ਰੱਖੀਏ, ਦਵਾਈਆਂ ਜਿਹੜੀਆਂ ਕਿ ਸ਼ੂਗਰ ਨੂੰ ਕੰਟਰੋਲ ਰੱਖਣ, ਤੇ ਨਾਲ ਨਾਲ ਆਪਾਂ ਡਾਇਟ ਐਕਸਰਸਾਈਜ਼ ਕਰੀਏ। ਐਵੇਂ ਕਿ ਅਸੀਂ ਸੋਚੀਏ ਕਿ weight ਹੋਰ ਘਟਾ ਲਾਂਗੇ ਤੇ ਫਿਰ ਆਪਾਂ ਡਾਇਬੀਟੀਜ਼ ਤੋਂ ਪਰੇ ਹੋ ਜਾਵਾਂਗੇ। ਡਾਇਬੀਟੀਜ਼ ਰਿਵਰਸਲ ਕਦੇ ਵੀ ਨਹੀਂ ਹੁੰਦੀ ਹੈਗੀ ਆ। ਡਾਇਬੀਟੀਜ਼ ਰਿਮਿਸ਼ਨ ਹੁੰਦੀ ਹੈਗੀ ਹੈ ਕਿ ਵੀ ਡਾਇਬੀਟੀਜ਼ ਦੀ ਬਿਮਾਰੀ ਪਰਮਾਨੈਂਟ ਬਿਮਾਰੀ ਹੈਗੀ ਹੈ, ਪਰ ਆਪਾਂ ਕੁਝ ਸਾਲ ਵਾਸਤੇ ਕੰਟਰੋਲ ਡਾਇਟ ਨਾਲ ਕਰ ਸਕਦੇ ਹੈਗੇ ਆ। ਪਰ ਅਗੇਨ ਜੇ weight ਪਹਿਲਾਂ ਹੀ ਘਟ ਹੈਗਾ ਤਾਂ weight ਘਟਾਉਣ ਦਾ ਮੇਰੇ ਖਿਆਲ ਫਾਇਦਾ ਨਹੀਂ ਹੈ। ਇੱਕ ਸਵਾਲ ਹੋਰ ਲੈ ਲਈ ਜੀ, ਫਿਰ ਆਪਾਂ ਅਗਲੇ ਪਹਿਲਾਂ ਜਵਾਬ ਦੇ ਦੇਵਾਂਗੇ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ। ਮੇਰਾ ਜੀ ਸਵਾਲ ਇਹ ਆ, ਮੇਰਾ ਬਾਈਪਾਸ ਸਰਜਰੀ ਹੋਈ ਹੈ ਜੀ ਅਪ੍ਰੈਲ 5 ਨੂੰ। ਹਾਂਜੀ, ਤੇ ਮੈਂ ਟੀਕਾ ਲਵਾ ਸਕਦਾ ਜੀ? ਥੈਂਕ ਯੂ ਜੀ।
ਲਓ ਜੀ ਤੁਹਾਨੂੰ ਜਵਾਬ ਦਿੰਦੇ ਹਾਂ ਜੀ, ਥੈਂਕ ਯੂ। ਤੇ ਦੂਸਰਾ ਸਵਾਲ ਸੀਗਾ ਜੀ ਗਾਲ ਬਲਾਡਰ ਦਾ, ਉਹਨਾਂ ਸਟੰਟ ਦੀ ਗੱਲ ਵੀ ਕੀਤੀ ਸੀ, 70 ਈਅਰਸ ਓਲਡ ਨੇ ਤੇ ਕੋਵਿਡ ਦਾ ਵੈਕਸੀਨ ਉਹ ਲਵਾ ਸਕਦੇ ਨੇ, ਤੇ ਮੇਰੇ ਖਿਆਲ ਬਾਈਪਾਸ ਹੋਇਆ, ਤੁਸੀਂ ਇਕੱਠੇ ਕਰ ਸਕਦੇ ਹੋ ਆ ਜਿਹੜਾ ਬਾਈਪਾਸ ਵੀ ਇਹਨਾਂ ਦਾ ਹੋਇਆ, ਤੇ ਕੀ ਇਹ COVID-19 ਦਾ ਲੈ ਸਕਦੇ ਨੇ ਜਿਹੜਾ ਹੈਗਾ ਵੈਕਸੀਨ? ਹਾਂਜੀ, ਮੈਂ ਵੀ ਇਹੀ ਸੋਚਦਾ ਸੀਗਾ। ਹਾਂਜੀ ਸੋ ਆਪਾਂ ਜੇ ਕੋਈ ਵੀ ਬਿਮਾਰੀ ਹੈਗੀ ਹੈ, ਜੀ ਹਾਂ ਜੇ ਹਾਰਟ ਦੀ ਪ੍ਰੋਬਲਮ ਹੈਗੀ ਹੈ, ਸ਼ੂਗਰ ਦੀ ਪ੍ਰੋਬਲਮ ਹੈਗੀ ਹੈ, ਜਾਂ ਲੰਗਸ ਦੀ ਪ੍ਰੋਬਲਮ ਹੈਗੀ ਹੈ, ਲਿਵਰ ਦੀ ਪ੍ਰੋਬਲਮ ਹੈਗੀ ਹੈ, ਕੋਈ ਸਰਜਰੀ ਹੋਈ ਹੈ, ਜੇ ਆਪਾਂ ਉਹਦੇ ਤੋਂ ਰਿਕਵਰ ਕਰ ਚੁੱਕੇ ਹੈਗੇ ਆ ਆਪਰੇਸ਼ਨ ਤੋਂ, ਤੇ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਵੈਕਸੀਨ ਆਪਾਂ ਲਗਵਾ ਸਕਦੇ ਹੈਗੇ ਆ। ਸਗੋਂ ਜਿਹੜੀਆਂ ਇਹਨਾਂ ਨੂੰ ਪ੍ਰੋਬਲਮ ਹੁੰਦੀਆਂ, ਡਿਜ਼ੀਜ਼ਸ ਹੁੰਦੀਆਂ, ਬਿਮਾਰੀਆਂ ਹੁੰਦੀਆਂ, ਤਾਂ ਕੋਵਿਡ ਦਾ ਖਤਰਾ ਜ਼ਿਆਦਾ ਹੁੰਦਾ ਹੈ, ਵਾਇਰਸ ਦਾ ਖਤਰਾ ਜ਼ਿਆਦਾ ਹੁੰਦਾ ਹੈ, ਵੈਕਸੀਨ ਤੋਂ ਬਚਾਅ ਹੋਰ ਜ਼ਿਆਦਾ ਹੋ ਜਾਂਦਾ ਹੈਗਾ, ਕਿਉਂਕਿ ਉਹ ਵਾਇਰਸ ਤੋਂ ਬਚਾਉਣ ਵਾਸਤੇ ਹੀ ਤਾਂ ਵੈਕਸੀਨ ਹੈਗੀ ਹੈ। ਅਤੇ ਜੇ ਬਿਮਾਰੀ ਹੈਗੀ ਹੈ ਤਾਂ ਵੈਕਸੀਨ ਹੋਰ ਜ਼ਿਆਦਾ ਬਚਾ ਕੇ ਰੱਖੇਗੀ। ਜਿੰਨੀ ਜਲਦੀ ਤੋਂ ਜਲਦੀ 18 ਸਾਲ ਤੋਂ ਉੱਪਰ ਜੇ ਬਿਮਾਰੀ ਹੈਗੀ ਹੈ ਕਿ ਨਹੀਂ ਹੈਗੀ ਹੈ, ਆਪਾਂ ਜਲਦੀ ਤੋਂ ਜਲਦੀ ਆਪਣੀ ਅਪਾਇੰਟਮੈਂਟ ਬਣਾ ਕੇ ਵੈਕਸੀਨ ਲਗਾਈਏ। ਦੈਟਸ ਗ੍ਰੇਟ। ਤੇ ਇੱਕ ਇਮਿਊਨ ਸਿਸਟਮ ਬਾਰੇ ਸਵਾਲ ਸੀਗਾ ਜੀ। ਜੀ, ਸੋ ਇਹ ਬਹੁਤ ਚੰਗਾ ਹੋਇਆ ਕਿ ਕਿਸੇ ਨੇ ਪੁੱਛ ਲਿਆ ਹੈਗਾ। ਇਮਿਊਨ ਸਿਸਟਮ ਆਪਾਂ ਕਹਿੰਦੇ ਹੈਗੇ ਆ, ਮੈਂ ਥੋੜਾ ਜਿਹਾ ਰੋਕਦਾ, ਇੱਕ ਸਵਾਲ ਮੈਂ ਹੋਰ ਨਹੀਂ, ਚਲੋ ਕੱਟਿਆ ਗਿਆ ਜੀ। ਹਾਂਜੀ ਦੱਸੋ ਜੀ, ਸੌਰੀ। ਆਪਣੀ ਜਿਹੜੀ ਸ਼ਕਤੀ ਹੈਗੀ ਆ ਅੰਦਰੂਨੀ, ਜਿਹੜੀ ਬਾਹਰੋਂ ਇਨਫੈਕਸ਼ਨ ਨੂੰ ਫਾਈਟ ਕਰਦੀ ਹੈ, ਜਾਂ ਬੈਕਟੀਰੀਆ ਇਨਫੈਕਸ਼ਨ ਹੁੰਦਾ, ਵਾਇਰਸ ਇਨਫੈਕਸ਼ਨ ਹੁੰਦਾ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇਨਫੈਕਸ਼ਨ ਹੁੰਦੇ ਹੈਗੇ ਨੇ, ਉਹਨੂੰ ਫਾਈਟ ਕਰਨ ਦੀ ਸ਼ਕਤੀ ਜਿਹਨੂੰ ਆਪਾਂ ਇਮਿਊਨ ਸਿਸਟਮ ਕਹਿੰਦੇ ਹੈਗੇ ਆ। ਹਾਂਜੀ, ਕੋਈ ਹੋਰ ਵੀ ਕਾਲ ਆ ਰਿਹਾ ਜੀ ਮਰਗੇ? ਹਾਂਜੀ ਮੈਂ ਕਾਲ ਆ ਲਾਂ ਜੀ। ਹੈਲੋ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਜੀ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਿਆ ਸੀ, ਹੁਣੇ ਡਾਕਟਰ ਸਾਹਿਬ ਦੱਸਦੇ ਕਿ ਜਿਹੜਾ ਵੈਕਸੀਨ ਲਵਾਉਂਦੇ ਆ ਤੇ ਉਹ ਜਿੱਦਾਂ ਆਰਮੀ ਬਣ ਜਾਂਦੀ ਆ, ਤੇ ਜੇ ਕਿਸੇ ਨੂੰ ਕੋਵਿਡ ਹੋ ਜੇ ਤੇ ਉਹ ਤੇ ਆਲਰੇਡੀ ਉਹਨੇ ਰੀਅਲ ਆਰਮੀ ਬਣਾ ਲਈ ਆ, ਤੇ ਉਹਨੂੰ ਸਟਿਲ ਵੈਕਸੀਨ ਲੈਣੀ ਚਾਹੀਦੀ ਆ? ਜੇ ਲੈਣੀ ਚਾਹੀਦੀ, ਕੋਵਿਡ ਠੀਕ ਹੋਣ ਤੋਂ ਬਾਅਦ ਕਿੰਨੀ ਦੇਰ ਬਾਅਦ ਆਪਾਂ ਉਹਨੂੰ ਵੈਕਸੀਨ ਲੈ ਸਕਦੇ ਹਾਂ? ਲਓ ਜੀ, ਤੁਹਾਨੂੰ ਜਵਾਬ ਦਿੰਦੇ ਹਾਂ। ਥੈਂਕ ਯੂ ਜੀ। ਥੈਂਕ ਯੂ ਜੀ। ਪਹਿਲਾਂ ਇਮਿਊਨ ਸਿਸਟਮ ਦੱਸੋ ਜੀ, ਫਿਰ। ਹਾਂਜੀ ਹਾਂਜੀ, ਬਿਲਕੁਲ ਜੀ। ਸੋ ਇਮਿਊਨ ਸਿਸਟਮ ਜਿਹੜਾ ਹੈਗਾ, ਆਪਣੇ ਦੋ ਤਰ੍ਹਾਂ ਦੇ ਇਮਿਊਨ ਸਿਸਟਮ ਹੁੰਦੇ ਹੈਗੇ ਨੇ। ਇੱਕ ਆਪਾਂ ਕਹਿੰਦੇ ਐਂਟੀਬੋਡੀਜ਼ ਹੁੰਦੀਆਂ ਨੇ, ਜਿਹੜੀਆਂ ਕਿ ਅਗੇਨ ਬਹੁਤ ਟੈਕਨੀਕਲ ਟਰਮ ਹੈਗੀ ਹੈ, ਥੋੜ੍ਹਾ ਜਿਹਾ ਐਕਸਪਲੇਨ ਕਰਨਾ ਮੁਸ਼ਕਿਲ ਹੋ ਜਾਂਦਾ ਕਈ ਵਾਰੀ, ਪਰ ਆਪਣੇ ਬਲੱਡ ਵਿੱਚ ਹੀ ਕੁਝ ਇਹੋ ਜਿਹੇ ਆਪਾਂ ਕਹਿ ਸਕਦੇ ਹਾਂ ਕਣ ਹੁੰਦੇ ਹੈਗੇ ਨੇ, ਜਿਹੜੇ ਬੈਕਟੀਰੀਆ ਜਾਂ ਵਾਇਰਸ ਜੇ ਕੋਈ ਆ ਜਾਵੇ ਆਪਣੀ ਬੋਡੀ ਦੇ ਵਿੱਚ, ਉਹਨੂੰ ਇੱਕ ਤਰ੍ਹਾਂ ਨਾਲ ਫਾਈਟ ਕਰ ਲੈਂਦੇ ਹੈਗੇ ਨੇ, ਖਤਮ ਕਰ ਦਿੰਦੇ ਹੈਗੇ ਨੇ। ਇਹ ਜਿਹੜੇ ਆਪਾਂ ਕਣ ਕਹਿੰਦੇ ਹੈਗੇ ਆ, ਜਿਵੇਂ ਅੱਜ ਕੱਲ੍ਹ ਇੰਡੀਆ ਵਿੱਚ ਪਲਾਜ਼ਮਾ ਥੈਰੇਪੀ ਕਰਦੇ ਸੀਗੇ, ਇਹ ਕਣ ਐਂਟੀਬੋਡੀਜ਼ ਜਿਹੜੀਆਂ ਹੈਗੀਆਂ ਨੇ, ਉਹ ਇੱਕ ਜਿਹਨੂੰ ਕੋਵਿਡ ਹੋਇਆ, ਉਹ ਬੰਦੇ ਤੋਂ ਲੈ ਕੇ ਜਿਹਨੂੰ ਕੋਵਿਡ ਜੋ ਕੋਵਿਡ ਤੋਂ ਠੀਕ ਹੋ ਗਿਆ ਹੈਗਾ, ਰਿਕਵਰ ਹੋ ਚੁੱਕਿਆ ਹੈਗਾ, ਉਹਦਾ ਬਲੱਡ ਲੈ ਕੇ ਦੂਸਰੇ ਵਿੱਚ ਪਾ ਦਿੰਦੇ ਹੈਗੇ ਨੇ, ਤਾਂ ਕਿ ਉਹ ਕਣ ਜਿਹੜੇ ਹੈਗੇ ਨੇ ਦੂਸਰੇ ਵਿੱਚ ਚਲੇ ਜਾਣ। ਉਹਨੂੰ ਆਪਾਂ ਪਲਾਜ਼ਮਾ ਥੈਰੇਪੀ ਕਹਿੰਦੇ ਹਾਂ। ਜੋ ਐਂਟੀਬੋਡੀਜ਼ ਬੇਸਿਕਲੀ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਟ੍ਰਾਂਸਫਰ ਕਰ ਸਕਦੇ ਹੈਗੇ ਆ। ਦੂਸਰੀ ਤਰ੍ਹਾਂ ਦਾ ਇਮਿਊਨ ਸਿਸਟਮ ਵੀ ਹੁੰਦਾ ਹੈ, ਜਿਹੜਾ ਆਪਾਂ ਕਹਿੰਦੇ ਆ ਟੀ ਸੈੱਲ ਇਮਿਊਨਿਟੀ ਕਹਿੰਦੇ ਹੈਗੇ ਆ। ਇਹ ਆਪਣੇ ਜਿਹੜੇ ਇੱਕ ਤਾਂ ਰੈੱਡ ਬਲੱਡ ਸੈੱਲ ਹੁੰਦੇ ਨੇ, ਜਿਹੜੇ ਹੀਮੋਗਲੋਬਿਨ ਲੋਕਾਂ ਨੂੰ ਪਤਾ ਹੈਗਾ, ਇੱਕ ਹੁੰਦੇ ਨੇ ਆਪਣੇ ਵਾਈਟ ਬਲੱਡ ਸੈੱਲਸ। ਵਾਈਟ ਬਲੱਡ ਸੈੱਲ ਜਿਹੜੇ ਹੈਗੇ ਨੇ, ਉਹ ਇਨਫੈਕਸ਼ਨ ਨੂੰ ਫਾਈਟ ਕਰਨ ਵਾਸਤੇ ਹੀ ਬਣੇ ਹੈਗੇ ਨੇ, ਤੇ ਇਮਿਊਨ ਸਿਸਟਮ ਇਹ ਦੋ ਤਰ੍ਹਾਂ ਦਾ ਆਪਾਂ ਕਹਿ ਸਕਦੇ ਹੈਗੇ ਆ। ਸਵਾਲ ਜਿਹੜਾ ਕਾਲਰ ਦਾ ਹੈਗਾ ਸੀਗਾ, ਉਹ ਡਾਈਜੈਸਟਿਵ ਸਿਸਟਮ ਨਾਲ ਕੀ ਲੈਣਾ ਦੇਣਾ ਹੈਗਾ? ਉਹਦਾ ਕੁਝ ਲੈਣਾ ਦੇਣਾ ਨਹੀਂ ਹੈਗਾ। ਡਾਈਜੈਸਟਿਵ ਸਿਸਟਮ ਹੁੰਦਾ ਆਪਣੀ ਆਂਤੜੀਆਂ, ਵੀ ਆਪਾਂ ਢਿੱਡ, ਆਪਾਂ ਖਾਣਾ ਖਾ ਰਹੇ ਹੈਗੇ ਆ ਤੇ ਢਿੱਡ ਵਿੱਚ ਜਾ ਕੇ ਉਹ ਅਬਜ਼ੌਰਬ ਹੋ ਰਿਹਾ, ਕਿਵੇਂ ਪਚਦਾ ਹੈਗਾ, ਉਹਦੇ ਪਚਦਾ ਤੇ ਆਪਣੇ ਬੋਡੀ ਨੂੰ ਲੱਗਦਾ ਕਿਵੇਂ ਹੈਗਾ, ਉਹਨੂੰ ਆਪਾਂ ਡਾਈਜੈਸਟਿਵ ਸਿਸਟਮ ਕਹਿੰਦੇ ਹੈਗੇ ਆ। ਇਮਿਊਨ ਸਿਸਟਮ ਮਤਲਬ ਐਂਟੀਬੋਡੀ ਜਾਂ ਫਾਈਟਿੰਗ ਵਾਲੇ ਸੈਲਸ ਜੋ ਕਿ ਬਾਹਰ ਦੇ ਇਨਫੈਕਸ਼ਨ ਨੂੰ ਫਾਈਟ ਕਰਦੇ ਨੇ, ਉਹਨੂੰ ਆਪਾਂ ਇਮਿਊਨ ਸਿਸਟਮ ਕਹਿੰਦੇ ਹੈਗੇ। ਤੇ ਜੀ ਕੋਵਿਡ ਦੀ ਗੱਲ ਸੀਗੀ ਵੀ ਜਿਹਨੂੰ ਕੋਵਿਡ ਹੋ ਗਿਆ ਤੇ ਉਹ ਕੋਵਿਡ ਦਾ ਵੈਕਸੀਨ ਕਦੋਂ ਲੈ ਸਕਦਾ? ਜੀ, ਸੋ ਇਹ ਵੀ ਬਹੁਤ ਅੱਛਾ ਸਵਾਲ ਹੈਗਾ। ਸੋ ਕੋਵਿਡ ਜੇ ਹੋ ਹੀ ਗਿਆ ਹੈਗਾ, ਆਪਾਂ ਕਹਿੰਦੇ ਵੈਕਸੀਨ ਤਾਂ ਕਣ ਦਿੱਤਾ ਵਾਇਰਸ ਦਾ, ਤੇ ਉਹਨੂੰ ਆਪਾਂ ਸਟਰੋਂਗ ਬਣਾ, ਆਪਣੀ ਇਮਿਊਨ ਸਿਸਟਮ ਨੂੰ ਸਟਰੋਂਗ ਬਣਾਉਣ ਵਾਸਤੇ। ਪਰ ਜੇ ਕਿਸੇ ਨੂੰ ਕੋਵਿਡ ਹੋ ਚੁੱਕਿਆ ਤੇ ਰਿਕਵਰ ਕਰ ਚੁੱਕੇ ਹੈਗੇ ਨੇ, ਉਹਨਾਂ ਦਾ ਇਮਿਊਨ ਸਿਸਟਮ ਆਲਰੇਡੀ ਹੀ ਸਟਰੋਂਗ ਹੋ ਚੁੱਕਿਆ ਹੈਗਾ, ਪਰ ਉਨਾ ਸਟਰੋਂਗ ਨਹੀਂ ਹੋਇਆ ਤੇ ਬੂਸਟ ਨਹੀਂ ਹੋਇਆ। ਹੁਣ ਜੇ ਅਸੀਂ ਵੈਕਸੀਨ ਦੇ ਰਹੇ ਹੈਗੇ ਆ ਤਾਂ ਦੋ ਹੋਲਡ ਕਰੋ ਜੀ, ਇੱਕ ਮਿੰਟ ਹੋਲਡ ਕਰੋ ਤੁਸੀਂ। ਹਾਂਜੀ ਡਾਕਟਰ ਸਾਹਿਬ, ਕਾਲਰ ਹੋਲਡ ਤੇ ਕੀਤਾ ਇੱਕ ਵਾਰ ਦੇ ਰਹੇ ਹੈਗੇ ਆ ਤਾਂ ਕਿ ਬੂਸਟ ਤੇ ਰਵੇ।
ਇਸੇ ਤਰ੍ਹਾਂ ਹੀ ਜੇ ਕਿਸੇ ਨੂੰ ਵਾਇਰਸ ਹੋਇਆ ਹੈਗਾ, ਕੋਵਿਡ ਹੋਇਆ ਸੀਗਾ ਤੇ ਹੁਣ ਰਿਕਵਰ ਕਰ ਗਏ ਹੈਗੇ ਨੇ, ਹਾਂਜੀ ਤੇ ਰეკਮੈਂਡੇਸ਼ਨ ਹੈਗੀ ਹੈ ਵੀ ਐਟਲੀਸਟ ਮਹੀਨਾ 2 ਮਹੀਨੇ ਰੁਕ ਕੇ ਦੂਸਰਾ ਆਪਾਂ ਵੈਕਸੀਨ ਜਿਹੜਾ ਹੈਗਾ ਲਗਵਾਉਣਾ ਚਾਹੀਦਾ ਹੈਗਾ। ਅੱਛਾ ਰਾਈਟ ਅਵੇ ਨਹੀਂ ਲਾਉਣਾ ਚਾਹੀਦਾ। ਰਿਕਵਰ ਨਹੀਂ ਲਗਵਾਉਣਾ ਚਾਹੀਦਾ ਹੈਗਾ। ਓਕੇ ਕਿ CDC ਜੇ ਆਪਾਂ US ਦੀ ਏਜੰਸੀ ਜਿਹੜੀ ਹੈਗੀ ਆ, ਉਹ ਤਾਂ ਕਹਿੰਦੀ 3 ਮਹੀਨੇ ਰੁਕ ਕੇ ਕਰਾਉਣਾ ਚਾਹੀਦਾ ਹੈਗਾ। ਇੱਥੇ ਆਪਾਂ ਕੈਨੇਡਾ ਵਿੱਚ ਕਹਿ ਰਹੇ ਹਾਂ ਮਹੀਨੇ 2 ਮਹੀਨੇ ਵਿੱਚ ਲਗਾ ਸਕਦੇ, ਪਰ US ਦੀ ਏਜੰਸੀ ਕਹਿ ਰਹੀ ਹੈ 3 ਮਹੀਨੇ ਰੁਕ ਕੇ ਕਰਾਉਣਾ ਚਾਹੀਦਾ। okay ਜੀ। ਸੋ ਇਟਸ ਅਪ ਟੂ ਯੂ। ਦੈਟਸ ਗ੍ਰੇਟ, ਥੈਂਕ ਯੂ ਜੀ। ਬਟ ਆਈ ਥਿੰਕ ਲੌਂਗ ਟਰਮ ਇਮਿਊਨਿਟੀ ਵਾਸਤੇ ਜ਼ਰੂਰੀ ਹੈਗਾ ਕਿ ਕੋਵਿਡ ਹੋਇਆ ਤਾਂ ਵੀ ਆਪਾਂ ਲਗਵਾ ਲਈਏ ਵੈਕਸੀਨ। ਲਓ ਜੀ ਕਾਲਰ ਆਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਵਿਨੀਪੈਗ ਤੋਂ ਬੋਲਦਾ ਜੀ। ਮੇਰਾ ਸਵਾਲ ਇਹ ਆ ਵੀ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਵੀ ਬਲੱਡ ਪ੍ਰੈਸ਼ਰ ਜਿਹੜਾ ਉੱਪਰਲਾ 60 ਸਾਲ ਤੋਂ ਜ਼ਿਆਦਾ 140 ਰਹਿਣਾ ਚਾਹੀਦਾ ਹੈ, ਤੇ ਨੀਚੇ ਦਾ ਕਿੰਨਾ ਰਹਿਣਾ ਚਾਹੀਦਾ ਜੀ? ਡਾਕਟਰ ਸਾਹਿਬ BP 60 ਈਅਰ ਤੋਂ ਉੱਪਰ 140 ਤੇ ਜਿਹੜਾ ਲੋਅਰ ਹੈ ਉਹ ਕਿੰਨਾ ਚਾਹੀਦਾ ਜੀ? 60 ਈਅਰ। ਹਾਂਜੀ ਜੀ ਹਾਂਜੀ ਜੀ ਓਕੇ ਜੀ। ਤੇ ਆਪਾਂ ਲਓ ਜੀ ਤੁਹਾਨੂੰ ਜਵਾਬ ਦਿੰਦੇ ਹਾਂ ਜੀ। ਹਾਂਜੀ ਸਵਾਲ ਇੱਕ ਸੋ ਹੋਰ। ਬਲੱਡ ਪ੍ਰੈਸ਼ਰ। ਹਾਂਜੀ ਹਾਂਜੀ ਜ਼ਰੂਰ ਜੀ। ਗੋ ਹੈਡ। ਇੱਕ ਹੋਰ ਕਾਲ ਹੈਗਾ। ਕਾਲ ਲਾ ਲਓ ਜੀ। ਹਾਂ ਸਵਾਗਤ ਹੈ ਜੀ ਤੁਹਾਡਾ। ਕੀ ਸਵਾਲ ਹੈ ਜੀ ਤੁਹਾਡਾ ਡਾਕਟਰ ਸਾਹਿਬ ਵਾਸਤੇ? ਹੈਲੋ, ਕੀ ਸਵਾਲ ਹੈ ਜੀ ਤੁਹਾਡਾ? ਚਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ ਤੁਹਾਡਾ? ਮੈਂ ਆਲਰੇਡੀ ਡਾਇਬੀਟਿਕ ਹਾਂ ਜੀ। ਹਾਂਜੀ ਤੇ ਡਾਕਟਰ ਸਾਹਿਬ ਨੂੰ ਮੈਂ ਇਹ ਪੁੱਛਣਾ ਸੀ ਕਿ ਮੇਰਾ weight ਬਹੁਤ ਜ਼ਿਆਦਾ ਲੂਜ਼ ਹੁੰਦਾ ਜਾ ਰਿਹਾ ਨਾ, ਬੋਡੀ ਜਿਹੜੀ ਹੈ ਉਹ ਬਹੁਤ ਵੀਕ ਹੁੰਦੀ ਜਾ ਰਹੀ ਹੈ। ਹਾਂਜੀ ਤੇ ਡਾਇਬੀਟੀਜ਼ ਦੀ ਵਜ੍ਹਾ ਨਾਲ ਹੀ ਹੈ ਜਾਂ ਮਤਲਬ ਕਿੰਨੀ ਹੈਗੀ ਹੈ ਤੁਹਾਡੀ ਸ਼ੂਗਰ ਕਿੰਨੀ ਹੈ ਜੀ? ਮੇਰੀ ਸ਼ੂਗਰ ਅੱਜ ਮੈਂ ਫਾਸਟਿੰਗ ਚੈੱਕ ਕੀਤੀ ਸੀ ਤਾਂ 7.8 ਸੀ। ਫਾਸਟਿੰਗ ਦੀ 7.8 ਹੈ ਜੀ। ਹਾਂਜੀ ਟੈਸਟ ਕਰਾ ਤੁਸੀਂ ਬਲੱਡ ਟੈਸਟ ਕਰਾਇਆ ਜੀ ਆਪਦਾ? ਹਾਂਜੀ ਬਲੱਡ ਟੈਸਟ 4 ਮਹੀਨੇ ਪਹਿਲੇ ਕਰਵਾਇਆ ਸੀ। ਉਸ ਤੋਂ ਬਾਅਦ ਤਾਂ ਡਾਕਟਰ ਨੇ ਹਜੇ ਅਪਾਇੰਟਮੈਂਟ ਨਹੀਂ ਦਿੱਤੀ ਬਲੱਡ ਟੈਸਟ ਦੀ ਨਾ। ਉਦੋਂ ਕਿੰਨਾ ਆਇਆ ਸੀਗਾ ਜੀ? ਤੁਹਾਨੂੰ ਕੁਝ ਹੈ ਯਾਦ ਜਦੋਂ ਤੁਸੀਂ ਟੈਸਟ ਕਰਾਇਆ ਸੀ? ਐਵਰੇਜ ਕੀ ਆਈ ਸੀਗੀ ਤੁਹਾਡੀ? ਐਵਰੇਜ ਉਦੋਂ 5.23 ਓਕੇ 5.23 ਸੀ। 5.9 ਤੋਂ ਘੱਟ ਸੀਗੀ ਜੀ। ਠੀਕ ਹੈ 5.2 ਤਾਂ ਹਾਂਜੀ ਓਕੇ। ਓਕੇ ਤੁਹਾਨੂੰ ਅਸੀਂ ਡਾਕਟਰ ਸਾਹਿਬ ਦਿੰਦੇ ਹੀ ਤੁਹਾਨੂੰ ਸਕਰੀਨ ਦੇ ਉੱਤੇ ਜਵਾਬ ਦਿੰਦੇ। ਮੈਂ ਡਾਕਟਰ ਸਾਹਿਬ ਇੱਕ ਕਾਲ ਹੋ ਲੈਣਾ ਮੈਂ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ ਡਾਕਟਰ ਸਾਹਿਬ ਵਾਸਤੇ? ਸਤਿ ਸ਼੍ਰੀ ਅਕਾਲ ਜੀ। ਸਵਾਲ ਮੇਰਾ ਹੈ ਜੀ ਕਿ ਪਹਿਲੀ ਜਿਹੜੀ ਵੈਕਸੀਨ ਦੀ ਡੋਜ਼ ਤੋਂ ਬਾਅਦ 2 ਮਹੀਨੇ ਜਾਂ 3 ਮਹੀਨੇ ਬਾਅਦ ਦੂਜੀ ਡੋਜ਼ ਲੱਗਣੀ ਹੈ, ਤਾਂ ਮੈਨੂੰ ਪਤਾ ਲੱਗਿਆ ਸੀ ਕਿ ਥਰਡ ਡੋਜ਼ ਵੀ ਹੋ ਸਕਦਾ ਹੈ ਕਿ ਦਸੰਬਰ 6-7 ਮਹੀਨੇ ਬਾਅਦ ਲੱਗੇ। ਤਾਂ ਇਹ ਜਿਹੜੀ 3 ਡੋਜ਼ ਤੋਂ ਬਾਅਦ ਸਾਰੀ ਲਾਈਫ ਵਾਸਤੇ ਜਿਹੜੀ ਹੈ ਕੰਪਲੀਟ ਹੋ ਜਾਏਗੀ ਜਾਂ ਹਰ ਸਾਲ ਫਲੂ ਵਾਂਗਰ ਲਗਾਣੇ ਪੈਣੇ ਹੈ ਸਾਨੂੰ ਵੈਕਸੀਨ ਦੀ ਡੋਜ਼? ਥੈਂਕ ਯੂ ਜੀ, ਥੈਂਕ ਯੂ ਜੀ, ਤੁਹਾਨੂੰ ਜਵਾਬ ਦਿੰਦੇ ਹਾਂ। ਥੈਂਕ ਯੂ ਜੀ। ਇੱਕ ਹੋਰ ਸਵਾਲ ਲਾ ਲਾਂ ਜੀ ਮੈਂ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਹੈਲੋ ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ ਜੀ ਉਹਨਾਂ ਦਾ ਹਾਂਜੀ ਡਾਕਟਰ ਸਾਹਿਬ ਆਪਾਂ BP ਦੀ ਗੱਲ ਚੱਲ ਰਹੀ ਸੀ। ਇੱਕ ਮੈਂ ਕਾਲ ਹੋਰ ਲਾ ਲਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਜੀ? ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਕੀ ਸਵਾਲ ਹੈ ਜੀ ਤੁਹਾਡਾ? ਕੀ ਸਵਾਲ ਹੈ ਜੀ ਤੁਹਾਡਾ? ਸ਼ੂਗਰ ਬਾਰੇ ਪਤਾ ਕਰਨਾ। ਹਾਂਜੀ ਸ਼ੂਗਰ ਬਾਰੇ ਮੈਂ ਜਿਹੜੇ ਪੇਸ਼ੈਂਟ ਆ ਉਹ ਦੁੱਧ ਪੀ ਸਕਦੇ ਆ? ਦੁੱਧ ਲੈ ਓਕੇ ਜੀ, ਸ਼ੂਗਰ ਵਾਲੇ ਦੁੱਧ ਪੀ ਸਕਦੇ ਪੁੱਛ ਰਹੇ ਨੇ ਜੀ। ਹੋਰ ਕੋਈ ਸਵਾਲ ਹੈ ਜੀ? ਥੈਂਕ ਯੂ ਜੀ, ਥੈਂਕ ਯੂ ਜੀ। ਸ਼ੂਗਰ ਵਾਲੇ ਦੁੱਧ ਪੀ ਸਕਦੇ ਜੀ ਕਿ ਨਹੀਂ? ਐਨੀ ਹੋ ਪਹਿਲਾਂ ਆਓ ਜੀ ਪਹਿਲਾਂ BP ਤੇ। ਹਾਂਜੀ ਸੋ ਬਲੱਡ ਪ੍ਰੈਸ਼ਰ ਜਿਹੜਾ ਆਪਾਂ ਉੱਪਰ ਵਾਲਾ ਕਹਿੰਦੇ ਆ 140 ਤੱਕ ਰਹਿਣਾ ਚਾਹੀਦਾ ਹੁੰਦਾ, ਥੱਲੇ ਵਾਲਾ ਜਿਹੜਾ ਹੈਗਾ 90 ਤੱਕ ਰਹਿਣਾ ਚਾਹੀਦਾ ਹੁੰਦਾ। 90 ਤੋਂ ਬਦਨਾ ਨਹੀਂ ਚਾਹੀਦਾ ਹੁੰਦਾ। ਆਪਾਂ ਇਹ ਅਗੇਨ ਸ਼ੂਗਰ ਦੀ ਪ੍ਰੋਬਲਮ ਨਾ ਹੋਵੇ ਜਿਨ੍ਹਾਂ ਨੂੰ, ਉਹਨਾਂ ਦਾ ਬਲੱਡ ਪ੍ਰੈਸ਼ਰ ਦੱਸ ਰਹੇ ਹੈਗੇ ਆ 140-90 ਤੱਕ ਰਹਿਣਾ ਚਾਹੀਦਾ। ਜਾਂ ਕਿਡਨੀ ਦੀ ਪ੍ਰੋਬਲਮ ਨਾ ਹੋਵੇ, ਗੁਰਦੇ ਠੀਕ ਹੋਣ। ਜੇ ਸ਼ੂਗਰ ਦੇ ਮਰੀਜ਼ ਹੈਗੇ ਹੋ ਜਾਂ ਗੁਰਦੇ ਖਰਾਬ ਹੈਗੇ ਨੇ ਤਾਂ ਫਿਰ ਆਪਾਂ ਹੋਰ ਜ਼ਿਆਦਾ ਸਟ੍ਰਿਕਟ ਹੋ ਜਾਂਦੇ ਹੈਗੇ ਆ। 130-80 ਤੱਕ ਹੀ ਰਹਿਣਾ ਚਾਹੀਦਾ ਹੈਗਾ। 130 ਉੱਪਰ ਵਾਲਾ ਤੇ 80 ਥੱਲੇ ਵਾਲਾ, ਉਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈਗਾ ਬਲੱਡ ਪ੍ਰੈਸ਼ਰ। ਅਗੇਨ ਏਜ ਤੇ ਨਹੀਂ ਡਿਪੈਂਡ ਕਰਦਾ, ਭਾਵੇਂ ਏਜ ਜੋ ਵੀ ਹੋਵੇ, ਜਿੰਨੇ ਮਰਜ਼ੀ ਸਾਲ ਦੇ ਹੋਵੋ। ਜੇ ਸ਼ੂਗਰ ਜਾਂ ਕਿਡਨੀ ਦੀ ਪ੍ਰੋਬਲਮ ਨਹੀਂ ਹੈਗੀ ਹੈ ਤਾਂ 140-90, ਤੇ ਜੇ ਸ਼ੂਗਰ ਜਾਂ ਕਿਡਨੀ ਦੀ ਪ੍ਰੋਬਲਮ ਹੈਗੀ ਹੈ ਤਾਂ ਫਿਰ 130-80। ਅੱਛਾ ਅਗਲਾ ਸਵਾਲ ਸੀਗਾ ਜੀ, ਲੂਜ਼ ਬੜਾ ਕਰ ਰਹੇ ਜੀ, ਡਾਇਬੈਟਿਕ ਨੇ, weight ਲੂਜ਼ ਕਰ ਰਹੇ ਨੇ। 7.8 ਉਹਨਾਂ ਨੇ ਦੱਸੀ ਸੀਗੀ ਉਹਨਾਂ ਦੀ ਜਿਹੜੀ ਭੁੱਖੇ ਰਹਿਣ ਵਾਲੀ ਹੈਗੀ ਜੀ। ਦੂਸਰਾ ਨੰਬਰ ਉਹਨੇ 5.23 ਕਿਹਾ ਸੀਗਾ। ਤੁਸੀਂ ਉਹ ਤੇ ਕੁਛ ਮੈਨੂੰ ਲੱਗਦਾ ਸ਼ੱਕ ਹੈ ਤੁਹਾਨੂੰ ਕੋਈ, ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ?
ਹਾਂਜੀ, ਹਾਂਜੀ 5.23 ਤਾਂ ਬਹੁਤ ਹੀ ਘੱਟ ਹੈਗਾ ਜੇ ਕਿਸੇ ਨੂੰ ਡਾਇਬੀਟੀਜ਼ ਹੈਗੀ ਆ। ਹਾਂਜੀ ਮੈਨੂੰ ਨਹੀਂ ਲੱਗਦਾ ਕਿ 5.23 ਐਵਰੇਜ ਸ਼ੂਗਰ 3 ਮਹੀਨਿਆਂ ਦੀ ਜਿਹੜੀ ਐਵਰੇਜ ਕਹਿੰਦੇ ਹੈਗੇ ਆ। ਉਹਨਾਂ ਨੇ ਕਿਹਾ ਸੀਗਾ ਪਰ 4 ਮਹੀਨੇ ਹੋ ਗਏ ਨੇ ਟੈਸਟ ਕਰਾਏ ਨੂੰ। Yeah. ਮੇਰੀ ਸੁਜੈਸ਼ਨ ਇਹ ਹੈਗੀ ਹੈ ਵੀ ਉਹ ਆਪਣਾ ਬਲੱਡ ਟੈਸਟ A1C ਟੈਸਟ ਜਿਹਨੂੰ ਆਪਾਂ ਕਹਿ ਰਹੇ ਸੀਗੇ, ਜਿਹਦੇ ਵਿੱਚ ਐਵਰੇਜ ਸ਼ੂਗਰ 3 ਮਹੀਨਿਆਂ ਦੀ ਪਤਾ ਲੱਗ ਜਾਂਦੀ ਹੈਗੀ ਆ, ਉਹ ਟੈਸਟ ਕਰਾਉਣ। ਆਪਾਂ ਜੇ ਗੱਲ ਕਰ ਲਈਏ ਵੀ ਸ਼ੂਗਰ ਨਾਲ ਭਾਰ ਘੱਟ ਸਕਦਾ ਹੈ ਕਿ ਨਹੀਂ ਘੱਟ ਸਕਦਾ, ਘੱਟ ਸਕਦਾ ਹੈ, ਪਰ ਉਹਨਾਂ ਦਾ ਘਟਦਾ ਹੈ ਜਿਨ੍ਹਾਂ ਦੀ ਐਵਰੇਜ ਸ਼ੂਗਰ ਜਿਹੜੀ ਹੈਗੀ ਹੈ 10-11 ਤੋਂ ਉੱਪਰ ਰਹਿੰਦੀ ਹੈਗੀ ਹੈ। ਅੱਛਾ 7-8 ਰਹਿੰਦੀ ਹੈਗੀ ਆ ਐਵਰੇਜ, ਤਾਂ ਫਿਰ ਭਾਰ ਉਹਦੇ ਨਾਲ ਨਹੀਂ ਘਟਦਾ। ਜੀ। ਆਪਾਂ ਸ਼ੂਗਰ ਦੀ ਬਿਮਾਰੀ ਨੂੰ ਆਪਾਂ ਸਾਇਲੈਂਟ ਡਿਜ਼ੀਜ਼ ਕਹਿੰਦੇ ਹੈਗੇ ਆ ਵੀ ਜਦੋਂ 7-8 ਹਲਕੀ ਜਿਹੀ ਜਦੋਂ ਵਧੀ ਹੁੰਦੀ ਨਾ, ਤੇ ਆਪਾਂ ਨੂੰ ਕੋਈ ਉਹਦੇ 'ਚ ਲੱਛਣ ਨਹੀਂ ਆਉਂਦਾ, ਕੋਈ ਸਿੰਪਟਮ ਨਹੀਂ ਆਉਂਦਾ, ਕੋਈ ਭਾਰ ਨਹੀਂ ਘਟਦਾ, ਕੋਈ ਪਿਆਸ ਨਹੀਂ ਲੱਗਦੀ, ਕੋਈ ਪਿਸ਼ਾਬ ਜ਼ਿਆਦਾ ਨਹੀਂ ਆਉਂਦਾ, ਯੂਰੀਨੇਸ਼ਨ ਜ਼ਿਆਦਾ ਨਹੀਂ ਹੁੰਦੀ ਹੈਗੀ ਆ। ਅਗੇਨ ਮੈਂ ਮਿਸਾਲ ਦੇ ਦੇਵਾਂ, ਜਦੋਂ ਅਸੀਂ 100 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਹੈਗੇ ਆ, 120 ਤੱਕ ਤਾਂ ਆਪਾਂ ਚਲਾ ਲਈਏ ਤਾਂ ਆਪਾਂ ਕਹਿੰਦੇ ਆ ਇਹ ਤਾਂ ਠੀਕ ਹੀ ਲੱਗ ਰਿਹਾ ਹੈਗਾ, ਪਰ ਜਦੋਂ 150 ਤੇ ਗੱਡੀ ਲੱਗਦੀ ਹੈਗੀ ਤਾਂ ਆਪਾਂ ਨੂੰ ਪਤਾ ਲੱਗਦਾ ਹਾਂ ਮੈਂ ਜ਼ਿਆਦਾ ਤੇਜ਼ ਚੱਲ ਰਿਹਾ ਹੈਗਾ। ਤੇ ਐਵੇਂ ਸ਼ੂਗਰ ਦਾ ਹੈਗਾ, ਜੇ 7-8 ਚੱਲ ਰਹੀ ਹੋਵੇ ਤਾਂ ਕੋਈ ਪਤਾ ਨਹੀਂ ਲੱਗਦਾ ਹੈਗਾ, 10-11 ਹੋ ਜਾਵੇ ਤਾਂ ਫਿਰ ਭਾਰ ਘਟ ਸਕਦਾ ਹੈਗਾ ਜਾਂ ਹੋਰ। ਅਗਲਾ ਸਵਾਲ ਸੀਗਾ ਜੀ, ਜਿਹੜੀ ਫਰਸਟ ਡੋਜ਼ ਲੈ ਲਈ ਹੈ ਕੋਵਿਡ ਦੀ, ਫਿਰ ਕਹਿੰਦੇ ਸੈਕੰਡ ਡੋਜ਼ ਹੈ, ਫਿਰ ਥਰਡ ਡੋਜ਼ ਦੀ ਕੋਈ ਗੱਲ ਚੱਲ ਰਹੀ ਹੈ, ਤੇ ਕੀ ਕਹਿੰਦੇ ਸਾਰੀ ਉਮਰ ਵਾਸਤੇ ਵੀ ਉਹ ਪੂਰਾ ਗੱਲ ਬਣ ਜਾਏਗੀ, ਕੋਰਸ ਹੋ ਜਾਏਗਾ, ਕਹਿੰਦੇ ਮਗਰੋਂ ਵੀ ਜ਼ਰੂਰਤ ਪੈਣੀ ਆ? ਇਹ ਤਾਂ ਰੱਬ ਨੂੰ ਹੀ ਪਤਾ ਜੀ, ਜਾਂ ਵਾਇਰਸ ਨੂੰ ਪਤਾ ਹੈਗਾ। ਇਹਦਾ ਮੈਂ ਆਨਸਰ ਨਹੀਂ ਦੇ ਪਾਵਾਂਗਾ ਕਿਉਂਕਿ ਹਾਲੇ ਤੱਕ ਸਾਰੀ ਰਿਸਰਚ ਚੱਲ ਰਹੀ ਹੈਗੀ ਆ। ਹਾਲੇ ਤੱਕ ਸਾਨੂੰ ਇਹ ਪਤਾ ਹੈ ਕਿ 2 ਡੋਜ਼ ਜਿਹੜੀਆਂ ਹੈਗੀਆਂ ਨੇ ਕੰਮ ਕਰ ਰਹੀਆਂ ਹੈਗੀਆਂ ਨੇ। ਹਾਲੇ ਤੱਕ ਅਰਾਊਂਡ 9 ਮਹੀਨੇ ਤੱਕ ਦੀ ਰਿਸਰਚ ਆਈ ਹੈਗੀ ਆ ਵੀ 9 ਮਹੀਨੇ ਤੱਕ ਐਟਲੀਸਟ ਪ੍ਰੋਟੈਕਸ਼ਨ ਚੱਲ ਰਹੀ ਹੈਗੀ ਆ। ਹੋ ਸਕਦਾ ਹੈ ਇਹ ਸਾਰੀ ਉਮਰ ਰਵੇ ਪ੍ਰੋਟੈਕਸ਼ਨ, ਹੋ ਸਕਦਾ ਹੈ ਕਿ ਸਾਲ ਬਾਅਦ 1.5 ਸਾਲ ਬਾਅਦ ਆਪਾਂ ਨੂੰ ਹੋਰ ਟੀਕੇ ਲਗਾਉਣੇ ਪੈਣ। ਹਾਲੇ ਤੱਕ ਸਾਨੂੰ ਇਹਦਾ ਕੋਈ ਅੰਦਾਜ਼ਾ ਨਹੀਂ ਹੈਗਾ। ਇਹ ਵੀ ਡਿਪੈਂਡ ਕਰਦਾ ਹੈ ਕਿ ਕਿੰਨੇ ਵੇਰੀਐਂਟ ਬਣਦੇ ਹੈਗੇ ਨੇ। ਵੇਰੀਐਂਟ ਆਪਾਂ ਕਹਿੰਦੇ ਆ ਜਿਵੇਂ ਇੰਡੀਅਨ ਵੇਰੀਐਂਟ ਹੁਣ ਡਬਲ ਮਿਊਟੇਸ਼ਨ ਹੋ ਗਈ ਹੈ ਉਹਦੇ ਵਿੱਚ ਕਹਿੰਦੇ ਹੈਗੇ ਆ। ਤੇ ਜੇ ਵੇਰੀਐਂਟ ਜਿਹੜੇ ਹੈਗੇ ਨੇ ਇਹੋ ਜਿਹੇ ਬਣ ਜਾਂਦੇ ਨੇ, ਜੇ ਪਹਿਲੀ ਵੈਕਸੀਨ ਲਗਾਈ ਸੀ ਉਹ ਕਾਮਯਾਬ ਨਹੀਂ ਰਹਿੰਦੀ ਹੈਗੀ ਆ ਉਸ ਵੇਰੀਐਂਟ ਤੇ, ਨਵਾਂ ਵਾਇਰਸ ਬਣ ਜਾਂਦਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਉਹਦਾ ਭੈਣ ਭਰਾ, ਪਰ ਬਿਲਕੁਲ ਹੀ ਅਲੱਗ ਹੋ ਜਾਂਦਾ, ਤਾਂ ਫਿਰ ਹੋ ਸਕਦਾ ਕਿ ਨਵੀਂ ਤਰ੍ਹਾਂ ਦੀ ਵੈਕਸੀਨ ਖੋਜਣੀ ਪਵੇ ਪਹਿਲਾਂ, ਫਿਰ ਲਗਾਉਣੀ ਪਵੇ, ਐਵੇਂ ਵੀ ਹੋ ਸਕਦਾ ਹੈਗਾ। ਸੋ ਇਹਦਾ ਆਨਸਰ ਕੋਈ ਵੀ ਐਵੇਂ ਨਹੀਂ ਦੱਸ ਸਕਦਾ ਕਿ ਕਦੋਂ ਲਗਾਉਣੀ ਪਏਗੀ ਤੇ ਕਿਹੜੀ ਲਗਾਉਣੀ ਪਏਗੀ। ਡਿਪੈਂਡ ਕਰਦਾ ਹੈਗਾ ਕੀ ਹੁੰਦਾ ਓਵਰ ਟਾਈਮ। ਡਾਕਟਰ ਸਾਹਿਬ ਆਪਣੇ ਕੋਲ ਮਿੰਟ ਇੱਕ ਹੀ ਰਹਿੰਦਾ, ਪਰ ਸਵਾਲ ਜਿਹੜਾ ਕਾਇਆ ਸੀ ਉਹਦਾ ਜ਼ਰੂਰ ਪਲੀਜ਼ ਜਵਾਬ ਜ਼ਰੂਰ ਦਿਓ ਜੀ, ਕਿ ਸ਼ੂਗਰ ਵਾਲੇ ਨੂੰ ਦੁੱਧ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ? ਦੁੱਧ ਪੀਣਾ ਚਾਹੀਦਾ। ਦੁੱਧ ਆਪਾਂ 1 ਕੱਪ ਜ਼ਰੂਰ ਪੀਏ, ਪਰ 1% ਦੁੱਧ ਪੀਏ। ਜ਼ਿਆਦਾ ਫੈਟ ਵਾਲਾ ਦੁੱਧ ਨਾ ਪੀਏ, ਵਿੱਚ ਖੰਡ ਪਾ ਕੇ ਨਾ ਪੀਏ, ਬਿਸਕੁਟ ਰਸ ਵਗੈਰਾ ਨਾਲ ਡੁਬੋ ਕੇ ਨਾ ਪੀਏ। ਬਿਸਕੁਟ ਰਸ ਵਿੱਚ ਜ਼ਿਆਦਾ ਸ਼ੂਗਰ ਹੁੰਦੀ ਹੈ, ਦੁੱਧ ਵਿੱਚ ਘੱਟ ਹੁੰਦੀ ਹੈ। ਰੋਟੀਆਂ ਵਿੱਚ ਜ਼ਿਆਦਾ ਸ਼ੂਗਰ ਹੁੰਦੀ, ਫਰੂਟ ਵਿੱਚ ਘੱਟ ਹੁੰਦੀ ਹੈ। ਤੇ ਆਪਾਂ ਇਹ ਸੋਚਦੇ ਹਾਂ ਕਿ ਸਿਰਫ ਚੀਨੀ ਵਿੱਚ, ਮਿੱਠੇ ਵਿੱਚ ਮਿੱਠਾ ਹੈਗਾ, ਉਹ ਗਲਤ ਹੈਗਾ। ਦੁੱਧ ਪੀਏ, ਬਿਲਕੁਲ ਪੀਏ, ਜਿਨ੍ਹਾਂ ਨੂੰ ਸ਼ੂਗਰ ਹੈਗੀ ਆ ਉਹ ਵੀ। ਰੋਟੀ ਆਪਾਂ ਘੱਟ ਖਾਈਏ, ਰਸ ਮਿਠਾਈਆਂ ਜਿਹੜੀਆਂ ਕੁੱਕੀਆਂ ਹੈਗੀਆਂ, ਇਹ ਚੀਜ਼ਾਂ ਘੱਟ। ਦੈਟਸ ਗ੍ਰੇਟ ਜੀ, ਥੈਂਕ ਯੂ ਜੀ, ਥੈਂਕਸ ਫॉर ਗਿਵਿੰਗ ਅਸ ਟਾਈਮ, ਸੋ ਨਾਈਸ ਆਫ ਯੂ। ਸਮਾਂ ਪਤਾ ਨਹੀਂ ਲੱਗਿਆ ਕਦੋਂ ਪੂਰਾ ਹੋ ਗਿਆ ਜੀ। ਜਿਹੜੇ ਕਾਲਰਸ ਦੀਆਂ ਅਸੀਂ ਕਾਲਸ ਨਹੀਂ ਲੈ ਸਕੇ ਜੀ, ਅਸੀਂ ਮੁਆਫੀ ਚਾਹੁੰਦੇ ਹਾਂ। ਨੈਕਸਟ ਵੀਕ ਜੋ ਡਾਕਟਰ ਸਾਹਿਬ ਫਿਰ ਆਉਣਗੇ ਜੀ, ਤੁਸੀਂ ਉਦੋਂ ਆਪਦੇ ਸਾਰੇ ਸਵਾਲ ਤਿਆਰ ਰੱਖਿਓ, ਸਾਨੂੰ ਤੁਸੀਂ ਫੋਨ ਕਰਿਓ, ਆਪਣੇ ਸਵਾਲ ਸਾਡੇ ਨਾਲ ਸ਼ੇਅਰ ਕਰਿਓ, ਡਾਕਟਰ ਸਾਹਿਬ ਤੁਹਾਡਾ ਜਵਾਬ ਦੇਣਗੇ। ਡਾਕਟਰ ਸਾਹਿਬ ਅਖੀਰ 'ਚ ਕੁਛ ਕਹਿਣਾ ਚਾਹੋਗੇ? ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਜਲਦੀ ਤੋਂ ਜਲਦੀ ਆਪਾਂ ਆਪ ਵੀ ਲਗਾਈਏ ਵੈਕਸੀਨ ਜਿਹੜੀ ਹੈਗੀ ਹੈ ਕੋਵਿਡ ਦੀ। ਜੇ ਆਪਾਂ ਨੂੰ ਨਹੀਂ ਲੱਗੀ ਤੇ ਫਿਰ ਆਪਣੀ ਕਮਿਊਨਿਟੀ ਨੂੰ ਵੀ, ਜੇ ਕਿਸੇ ਨੂੰ ਕੋਈ ਸਵਾਲ ਹੈਗਾ, ਕਈ ਵਹਿਮ ਚੱਲ ਰਹੇ ਨੇ WhatsApp ਤੇ Facebook ਤੇ ਆਪਾਂ ਦੇਖਦੇ ਹੈਗੇ ਆ, ਜਾਂ ਫਿਰ ਕਿਸੇ ਤੋਂ ਸੁਣ ਲੈਂਦੇ ਹੈਗੇ ਆ ਕਿ ਵੈਕਸੀਨ ਦੇ ਬਾਰੇ ਕੋਈ ਵਹਿਮ ਚੱਲ ਰਿਹਾ, ਤੇ ਤੁਸੀਂ ਉਹਨਾਂ ਨੂੰ ਸਹੀ ਸਲਾਹ ਦੇਣੀ ਹੈਗੀ ਹੈ। ਆਪਾਂ ਖਾਲੀ ਆਪਣੀ ਇਮਿਊਨਿਟੀ ਨਹੀਂ ਬੂਸਟ ਕਰਨੀ, ਆਪਣੀ ਆਰਮੀ ਨਹੀਂ ਬਣਾਉਣੀ, ਪਰ ਪੂਰੀ ਕਮਿਊਨਿਟੀ ਦੀ ਆਰਮੀ ਬਣਾਉਣੀ ਹੈਗੀ ਹੈ, ਤਾਂ ਕਿ ਇਹ ਪੈਂਡੈਮਿਕ ਦਾ ਖਾਤਮਾ ਜਿਹੜਾ ਹੈਗਾ ਉਹਨੂੰ ਆਪਾਂ ਬਿਲਕੁਲ ਫਿਨਿਸ਼ ਕਰ ਸਕੀਏ। ਅਗਲੀ ਲੋਕਡਾਊਨ ਨਾ ਹੋ ਜਾਵੇ, ਅਗਲੀ ਵੇਵ ਨਾ ਆ ਜਾਵੇ ਇਸ ਪੈਂਡੈਮਿਕ ਦੀ। ਇਸ ਲਈ ਆਪਾਂ ਪੂਰੀ ਕਮਿਊਨਿਟੀ ਨੂੰ ਇੱਕ ਤਰ੍ਹਾਂ ਨਾਲ ਜਾਗਰੂਕ ਕਰਨਾ ਜ਼ਰੂਰੀ ਹੈਗਾ। ਡਾਕਟਰ ਸਾਹਿਬ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।